ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 207 ਤੇ ਉੱਤੋਂ 7 ਪੰਕਤੀਆਂ ਛੱਡ ਕੇ ਹੈ। ਗੌੜੀ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਦੀ ਬਾਣੀ ਹੈ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ। ਮਿਲੋ ਪਿਆਰੇ ਜੀਆ, हे ਪਿਆਰੇ ਪਰਮਾਤਮਾ ਮੈਨੂੰ ਮਿਲੋ। ਪ੍ਰਭ ਕੀਆ ਤੁਮਾਰਾ ਥੀਆ, हे ਪਰਮਾਤਮਾ ਜੋ ਤੁਸੀਂ ਕਰਦੇ ਹੋ ਉਹੀ ਹੁੰਦਾ, ਸਾਡੇ ਕੀਤੇ ਕੁਛ ਨਹੀਂ ਹੁੰਦਾ। ਅਸੀਂ ਤਾਂ ਕਾਠ ਦੀਆਂ ਪੁਤਲੀਆਂ ਹਾਂ, ਪਰਮਾਤਮਾ ਬਾਜ਼ੀਗਰ ਹੈ। ਜਿਵੇਂ ਸਾਨੂੰ ਨਚਾਉਂਦਾ ਉਵੇਂ ਅਸੀਂ ਨੱਚਦੇ ਹਾਂ, ਜੋ ਸਾਡੇ ਤੋਂ ਕਰਾਉਂਦਾ ਉਵੇਂ ਅਸੀਂ ਕਰਦੇ ਹਾਂ। ਪਰਮਾਤਮਾ ਦਾ ਕੀਤਾ ਹੋਇਆ ਹੁੰਦਾ ਹੈ। ਇਸ ਲਈ ਹੈ ਪਰਮਾਤਮਾ ਤੁਸੀਂ ਮੈਨੂੰ ਆ ਕੇ ਮਿਲੋ। ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਜੀਆ। ਪ੍ਰਭ ਕੀਆ ਤੁਮਾਰਾ ਥੀਆ, ਪ੍ਰਭ ਕੀਆ ਤੁਮਾਰਾ ਥੀਆ, ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰ ਬਹੁਰ ਦੁਖ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਅਨੇਕ ਜਨਮ, ਅਨੇਕਾਂ ਜਨਮ, ਬਹੁਤ ਜੋਨੀ ਭ੍ਰਮਿਆ, ਬਹੁਤ ਜੂਨੀਆਂ 'ਚ ਮੈਂ ਭਟਕਦਾ ਰਿਹਾ। ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ, ਬਹੁਰ ਬਹੁਰ ਵਾਰੀ ਵਾਰੀ ਦੁੱਖ ਪਾਇਆ ਅਤੇ ਵਾਰੀ ਵਾਰੀ ਮੈਂ ਦੁੱਖ ਪਾਇਆ। ਕਿਉਂਕਿ ਜਦੋਂ ਜਨਮ ਹੈ ਅਤੇ ਫਿਰ ਮੌਤ ਵੀ ਹੈ। ਜਨਮ ਅਤੇ ਮੌਤ ਦੇ ਵਿਚਾਲੇ ਦੁੱਖ ਅਤੇ ਸੁੱਖ ਦੋਨੋਂ ਹਨ। ਕਿਸੇ ਦੇ ਭਾਗਾਂ 'ਚ ਦੁੱਖ ਜ਼ਿਆਦਾ ਲਿਖੇ ਹੁੰਦੇ ਨੇ, ਸੁੱਖ ਘੱਟ ਲਿਖੇ ਹੁੰਦੇ ਨੇ। ਕਿਸੇ ਦੇ ਭਾਗਾਂ 'ਚ ਸੁੱਖ ਜ਼ਿਆਦਾ ਲਿਖੇ ਹੁੰਦੇ ਨੇ, ਦੁੱਖ ਘੱਟ ਹੁੰਦੇ, ਪਰ ਹੁੰਦੇ ਦੋਨੋਂ ਜ਼ਰੂਰ ਨੇ। ਇਸ ਲਈ ਕਹਿੰਦੇ ਮੈਂ ਅਨੇਕਾਂ ਜੂਨੀਆਂ 'ਚ ਭਟਕਦਾ ਰਿਹਾ, ਬਹੁਤ ਮੈਂ ਦੁੱਖ ਵਾਰੀ ਵਾਰੀ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਹੁਣ ਤੁਹਾਡੀ ਕਿਰਪਾ ਨਾਲ ਮੈਨੂੰ ਮਨੁੱਖਾ ਜੀਵਨ ਮਿਲਿਆ ਹੈ। ਦੇਹੋ ਦਰਸ ਹਰ ਆਇਆ। ਇਹ ਪਰਮਾਤਮਾ ਹੁਣ ਮੈਨੂੰ ਆਪਣੇ ਦਰਸ਼ਨ ਦਿਓ, ਕਿਉਂਕਿ ਹੋਰ ਕਿਸੇ ਵੀ ਜੂਨੀ 'ਚ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਹੋਰ ਕਿਸੇ ਵੀ ਜੂਨੀ 'ਚ ਪਰਮਾਤਮਾ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਬਾਕੀ ਕਿਸੇ ਜੂਨੀ ਨੂੰ ਸੋਝੀ ਹੀ ਨਹੀਂ ਹੈ। ਇਹ ਤਾਂ ਇੱਕ ਮਨੁੱਖ ਹੈ ਜਿਹਨੂੰ ਸੰਤ ਮਹਾਤਮਾ ਗੁਰੂਆਂ ਨੇ ਸੋਝੀ ਦਿੱਤੀ ਹੈ ਕਿ ਤੇਰੇ ਅੰਦਰ ਪਰਮਾਤਮਾ ਹੈ, ਤੂੰ ਉਹਦਾ ਨਾਮ ਜਪ ਜਪ ਕੇ ਉਸ ਨੂੰ ਪ੍ਰਗਟ ਕਰਕੇ ਉਸ ਨੂੰ ਮਿਲ ਸਕਦਾ। ਸੋ ਇੱਕ ਮਨੁੱਖਾ ਜੀਵਨ ਹੈ ਜਿਸ ਦੇ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ। ਤਾਂ ਨਾ ਕਿ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਇਹ ਪਰਮਾਤਮਾ ਤੁਹਾਡੀ ਕਿਰਪਾ ਨਾਲ ਮੈਨੂੰ ਮਨੁੱਖਾ ਜੀਵਨ ਮਿਲਿਆ ਹੈ, ਮਨੁੱਖਾ ਦੇਹ ਹੀ ਮਿਲੀ ਹੈ, ਦੇਹੋ ਦਰਸ ਹਰ ਹੈ। ਇਹ ਪਰਮਾਤਮਾ ਹੁਣ ਤੁਸੀਂ ਮੈਨੂੰ ਆਪਣੇ ਦਰਸ਼ਨ ਦਿਓ। ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਅਨੇਕ ਜਨਮ ਬਹੁ ਜੋਨੀ ਭ੍ਰਮਿਆ। ਭਰਮਿਆ ਨਹੀਂ ਕਹਿਣਾ, ਉਹ ਪੰਜਾਬੀ ਦਾ ਹੁੰਦਾ ਸ਼ਬਦ, ਇਹ ਹਿੰਦੀ ਦਾ ਸ਼ਬਦ ਹੈ। ਭ੍ਰਮ, ਭ੍ਰਮ ਦੇ ਦੋ ਅਰਥ ਹੁੰਦੇ ਨੇ। ਤੁਹਾਨੂੰ ਵੀ ਡਾਊਟ ਹੈ, ਸ਼ੰਕਾ ਹੈ, ਦੂਜਿਆਂ ਦਾ ਭਟਕਣਾ। ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਅਨੇਕ ਜਨਮ ਬਹੁ ਜੋਨੀ ਭ੍ਰਮਿਆ। ਬਹੁਰ ਬਹੁਰ ਦੁਖ ਪਾਇਆ, ਬਹੁਰ ਬਹੁਰ ਦੁਖ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ।
ਦੇਹੋ ਦਰਸ ਹਰ ਰਾਇਆ, ਦੇਹੋ ਦਰਸ ਹਰ ਰਾਇਆ। ਸੋ ਭਜਨ ਬੰਦਗੀ ਕਰਨ ਤੋਂ ਬਾਅਦ ਫਿਰ ਅਰਦਾਸਾਂ ਕਰੀਦੀਆਂ, ਹੇ ਸੱਚੇ ਪਾਤਸ਼ਾਹ, ਹੁਣ ਤੂੰ ਮਨੁੱਖਾ ਜੀਵਨ ਦਿੱਤਾ, ਤੂੰ ਭਜਨ ਬੰਦਗੀ ਦੀ ਦਾਤ ਵੀ ਦਿੱਤੀ ਹੈ, ਹੁਣ ਤੂੰ ਆਪਣੇ ਸਾਨੂੰ ਦਰਸ਼ਨ ਦੇ। ਸੋਈ ਹੋਆ ਜੋ ਤਿਸ ਭਾਣਾ, ਅਵਰ ਨ ਕਿਨ ਹੀ ਕੀਤਾ। ਕਹਿੰਦਾ ਉਹੀ ਹੁੰਦਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ, ਭਾਣਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ। ਅਵਰ ਨ ਕਿਨ ਹੀ ਕੀਤਾ, ਹੋਰ ਤੇ ਕੁਝ ਕਰਨ ਜੋਗਾ ਹੀ ਨਹੀਂ ਕੋਈ, ਹੋਰ ਕੋਈ ਕੁਝ ਕਰਨ ਜੋਗਾ ਨਹੀਂ ਹੈ। ਜੋ ਪਰਮਾਤਮਾ ਨੂੰ ਚੰਗਾ ਲੱਗਾ ਉਹੀ ਹੋਇਆ। ਤੁਮਰੇ ਭਾਣੇ ਭਰਮ ਮੋਹ ਮੋਹਿਆ, ਤੇਰੇ ਭਾਣੇ ਅਨੁਸਾਰ ਹੀ ਮਨੁੱਖ ਭਰਮ 'ਚ ਪਿਆ ਹੋਇਆ, ਮੋਹ ਦੇ ਵਿੱਚ ਫਸਿਆ ਹੋਇਆ ਹੈ। ਜਾਗਤ ਨਾਹੀ, ਨਾਹੀ ਤੇ ਰੁਕਣਾ, ਸੂਤਾ, ਇਹ ਮਨੁੱਖ ਜਾਗਦਾ ਨਹੀਂ ਹੈ, ਇਹ ਸੁੱਤਾ ਹੋਇਆ ਹੈ। ਭਾਵ ਇਹ ਅਗਿਆਨੀ ਹੈ, ਇਹਨੂੰ ਗਿਆਨ ਨਹੀਂ ਹੈ। ਜੇ ਪੜੋਗੇ ਜਾਗਤ ਨਾ ਹੀ ਸੂਤਾ, ਤੇ ਇਹਦਾ ਮਤਲਬ ਸੁੱਤਾ ਨਹੀਂ ਜਾਗਦਾ ਹੈ, ਉਹ ਗਲਤ ਹੋ ਜਾਏਗਾ ਅਰਥ। ਜਿਵੇਂ ਇੱਕ ਵਾਰੀ +2 ਵਾਲਿਆਂ ਨੂੰ ਇੰਗਲਿਸ਼ ਪੜ੍ਹਾ ਰਿਹਾ, ਮੈਂ ਬਲੈਕ ਬੋਰਡ 'ਤੇ ਲਿਖਦਾ ਰਾਮ ਗੋ, ਮੈਂ ਇਸ ਨੂੰ ਠੀਕ ਕਰੋ ਬਈ, ਪਰ ਸਪੈਲਿੰਗ ਨਹੀਂ ਬਦਲਣੇ, ਸਪੈਲਿੰਗ ਇਹੀ ਰਹਿਣਗੇ, ਇਹਨੂੰ ਠੀਕ ਕਰੋ। ਕਹਿੰਦੇ ਰਾਮ ਗੋਜ਼, ਮੈਂ ਨਹੀਂ, ਸਪੈਲਿੰਗ ਤੇ ਬਦਲਣੇ ਹੀ ਨਹੀਂ, ਸਪੈਲਿੰਗ ਇਹੀ ਰਹਿਣੇ ਚਾਹੀਦੇ ਨੇ, ਉਂਝ ਇਹਨੂੰ ਠੀਕ ਕਰੋ, ਇਹ ਗਲਤ ਹੈ। ਕਹਿੰਦੇ ਹਾਂ ਜੀ ਹੈ ਤਾਂ ਗਲਤ, ਮੈਂ ਕਰੋ ਠੀਕ ਹੈ। ਮੈਂ ਹੁਣ ਰਾਮ ਤੋਂ ਬਾਅਦ ਕੌਮਾ ਲਾਓ, ਰਾਮ ਗੋ, ਰਾਮ ਜਾਓ, ਹੁਣ ਠੀਕ ਹੋ ਗਿਆ। ਅਸੀਂ ਕੋਈ ਚੇਂਜ ਨਹੀਂ ਕੀਤਾ। ਇਹ ਕੌਮੇ 'ਤੇ ਬੜਾ ਨਿਰਭਰ ਕਰਦਾ ਵੀ ਕੌਮਾ ਕਿੱਥੇ ਲਾਉਣਾ, ਰੁਕਣਾ ਕਿੱਥੇ ਹੈ। ਜਾਗਤ ਨਾਹੀ, ਨਾਹੀ ਤੇ ਰੁਕਣਾ, ਸੁੱਤਾ, ਇਹ ਜਾਗਦਾ ਨਹੀਂ, ਇਹ ਸੁੱਤਾ ਹੋਇਆ ਹੈ, ਇਹ ਅਗਿਆਨੀ ਹੈ, ਇਹਨੂੰ ਗਿਆਨ ਨਹੀਂ ਕੋਈ ਹੈਗੀ। ਸੋ ਜੇ ਮਨੁੱਖ ਭਰਮਾਂ 'ਚ ਪਿਆ ਹੋਇਆ, ਮਾਇਆ ਦੇ ਮੋਹ 'ਚ ਫਸਿਆ ਹੋਇਆ, ਤੇ ਵੀ ਪਰਮਾਤਮਾ ਦਾ ਭਾਣਾ, ਇਸ ਲਈ ਸੁੱਤਾ ਹੋਇਆ ਮਾਇਆ ਦੇ ਮੋਹ 'ਚ, ਇਹ ਜਾਗਦਾ ਨਹੀਂ ਹੈਗਾ। ਸੋਈ ਹੋਆ ਜੋ ਤਿਸ ਭਾਣਾ, ਸੋਈ ਹੋਆ ਜੋ ਤਿਸ ਭਾਣਾ, ਸੋਈ ਹੋਆ ਜੋ ਤਿਸ ਭਾਣਾ, ਸੋਈ ਹੋਆ ਜੋ ਤਿਸ ਭਾਣਾ। ਅਵਰ ਨ ਕਿਨ ਹੀ ਕੀਤਾ, ਅਵਰ ਨ ਕਿਨ ਹੀ ਕੀਤਾ, ਤੁਮਰੇ ਭਾਣੇ ਭਰਮ ਮੋਹ ਮੋਹਿਆ, ਤੁਮਰੇ ਭਾਣੇ ਭਰਮ ਮੋਹ ਮੋਹਿਆ। ਜਾਗਤ ਨਾਹੀ ਸੂਤਾ, ਜਾਗਤ ਨਾਹੀ ਸੂਤਾ, ਜਾਗਤ ਨਾਹੀ ਸੂਤਾ, ਜਾਗਤ ਨਾਹੀ ਸੂਤਾ। ਸੁੱਤਾ ਤੋਂ ਕਵਿਤਾ ਜੋੜ ਲਈ ਸੂਤਾ ਬਣਾ ਲਿਆ ਹੈ। ਹਾਲਾਂਕਿ ਸੂਤਾ ਨਾ ਪੰਜਾਬੀ ਦਾ ਨਾ ਹਿੰਦੀ ਦਾ ਹੈ। ਵੈ ਸੋ ਰਹਾ ਹੈ, ਵੈ ਸੋਇਆ ਹੋਇਆ ਹੈ, ਇਹ ਤਾਂ ਹਿੰਦੀ ਦਾ ਹੀ ਹੈ, ਪਰ ਕਵਿਤਾ ਜੋੜਨ ਲਈ ਸੁੱਤੇ ਤੋਂ ਕੀ ਬਣਾ ਲਿਆ, ਸੂਤਾ। ਬਿਨੋ ਸੁਨੋ ਤੁਮ ਪ੍ਰਾਣ ਪਤ ਪਿਆਰੇ, ਕਿਰਪਾ ਨਿਧ ਦਿਆਲਾ। ਬਿਨੋ ਦੀ ਬੇਨਤੀ, ਬਿਨੋ ਤੁਨੋ ਸੁਨੋ ਤੁਮ ਪ੍ਰਾਣ ਪਤ ਮੇ, ਹੈ ਮੇਰੇ ਪ੍ਰਾਣਾਂ ਦੇ ਪਤੀ, ਇਹ ਭਾਵ ਹੈ ਪਰਮਾਤਮਾ, ਤੁਸੀਂ ਮੇਰੀ ਬੇਨਤੀ ਸੁਣੋ। ਕੀ ਬੇਨਤੀ ਹੈ? ਕਿਰਪਾ ਨਿਧ ਦਿਆਲਾ, ਹੇ ਕਿਰਪਾ ਦੇ ਖਜ਼ਾਨੇ, ਨਿਧ ਹੁੰਦਾ ਖਜ਼ਾਨਾ, ਹੇ ਦਿਆਲੂ ਪ੍ਰਭੂ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਹੇ ਪਿਆਰੇ ਪ੍ਰਭੂ, ਤੁਸੀਂ ਮੇਰੀ ਇੱਕ ਬੇਨਤੀ ਸੁਣੋ। ਰਾਖ ਲਿਹੋ ਪਿਤਾ ਪ੍ਰਭ ਮੇਰੇ, ਹੇ ਮੇਰੇ ਪਿਤਾ ਸਾਡੀ ਰੱਖਿਆ ਕਰੋ। ਅਨਾਥ ਹੈ ਕਰ ਪ੍ਰਤਪਾਲ, ਅਸੀਂ ਅਨਾਥ ਹਾਂ, ਸਾਡੀ ਪਾਲਣਾ ਪੋਸ਼ਣਾ ਕਰੋ। ਪ੍ਰਤੀਪਾਲਾ ਹੁੰਦਾ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨਾ।
ਤੁਸੀਂ ਸਾਡੀ ਪਾਲਣਾ ਪੋਸ਼ਣਾ ਕਰੋ, ਅਸੀਂ ਅਨਾਥ ਹਾਂ, ਤੁਸੀਂ ਸਾਡੀ ਰੱਖਿਆ ਕਰੋ। ਇਹ ਬੇਨਤੀ ਹੈ, ਕਿਉਂਕਿ ਰੱਖਿਆ ਤਾਂ ਤਾਂ ਹੀ ਕਰਨਗੇ ਜੇ ਅਸੀਂ ਕਮਜ਼ੋਰ ਹਾਂ ਜੀ, ਅਤੇ ਜੇ ਅਸੀਂ ਕਹਿੰਦੇ ਅਸੀਂ ਤਕੜੇ ਹਾਂ ਜੀ, ਫਿਰ ਤਾਂ ਲੋੜ ਹੀ ਨਹੀਂ ਕੋਈ ਹੈਗੀ। ਸੋ ਕਹਿੰਦੇ ਹੇ ਪਰਮਾਤਮਾ, ਹੇ ਕਿਰਪਾ ਨਿਧਾਨ, ਹੇ ਦਿਆਲੂ ਪ੍ਰਭੂ, ਤੁਸੀਂ ਸਾਡੀ ਇੱਕ ਬੇਨਤੀ ਸੁਣੋ। ਅਸੀਂ ਅਨਾਥ ਹਾਂ, ਤੁਸੀਂ ਸਾਡੀ ਰੱਖਿਆ ਕਰੋ, ਤੁਸੀਂ ਸਾਡੀ ਪਾਲਣਾ ਪੋਸ਼ਣਾ ਕਰੋ। ਬਿਨੋ ਸੁਨੋ ਤੁਮ ਪ੍ਰਾਨਪਤ ਪਿਆਰੇ, ਬਿਨੋ ਸੁਨੋ ਤੁਮ ਪ੍ਰਾਨਪਤ ਪਿਆਰੇ। ਕਿਰਪਾ ਨਿਧ ਦਿਆਲਾ, ਕਿਰਪਾ ਨਿਧ ਦਿਆਲਾ, ਕਿਰਪਾ ਨਿਧ ਦਿਆਲਾ, ਕਿਰਪਾ ਨਿਧ ਦਿਆਲਾ। ਰਾਖ ਲਿਓ ਪਿਤਾ ਪ੍ਰਭ ਮੇਰੇ, ਰਾਖ ਲਿਓ ਪਿਤਾ ਪ੍ਰਭ ਮੇਰੇ, ਰਾਖ ਲਿਓ ਪਿਤਾ ਪ੍ਰਭ ਮੇਰੇ, ਰਾਖ ਲਿਓ ਪਿਤਾ ਪ੍ਰਭ ਮੇਰੇ। ਅਨਾਥੈ ਕਰ ਪ੍ਰਤਿਪਾਲਾ, ਅਨਾਥੈ ਕਰ ਪ੍ਰਤਿਪਾਲਾ, ਅਨਾਥੈ ਕਰ ਪ੍ਰਤਿਪਾਲਾ, ਅਨਾਥੈ ਕਰ ਪ੍ਰਤਿਪਾਲਾ। ਹਾਂ, ਜੋ ਸਾਰੇ ਗਾਉਣੇ ਕਿੰਨਾ ਅੱਛਾ ਲੱਗਦਾ, ਅਤੇ ਨਾਲੇ ਸਾਰੀ ਸੁਸਤੀ ਲੈ ਜਾਂਦੀ ਹੈ। ਜਦ ਕਿਉਂ ਜਿਹੜਾ ਬੋਲ ਰਿਹਾ ਹੁੰਦਾ ਉਹਨੂੰ ਨਹੀਂ ਨੀਂਦ ਆਉਂਦੀ, ਜਿਹੜਾ ਸੁਣ ਰਿਹਾ ਹੁੰਦਾ ਉਹਨੂੰ ਨੀਂਦ ਆ ਸਕਦੀ ਹੈ। ਇਸ ਲਈ ਫਿਰ ਜੇ ਆਪਾਂ ਵਿੱਚ ਵਿੱਚ ਬੋਲਦੇ ਹਾਂ, ਆਪਾਂ ਐਕਟਿਵ ਹੋ ਜਾਵਾਂਗੇ, ਦੂਰਾ ਪੈਦਾ ਹੋ ਜਾਏਗਾ। ਜਿਸ ਨੂੰ ਤੁਮੈ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਛ। ਹੇ ਪ੍ਰਭੂ, ਜਿਸ ਨੂੰ ਵੀ ਤੂੰ ਦਰਸ਼ਨ ਦਿੱਤੇ ਨਾ, ਉਹਨੂੰ ਸਤ ਸੰਗਤ ਤੂੰ ਲਿਆਂਦਾ, ਉਹਨੂੰ ਸਤ ਸੰਗਤ 'ਚ ਲਿਆ ਕੇ ਫਿਰ ਉਸ ਨੂੰ ਦਰਸ਼ਨ ਦਿੱਤੇ ਨੇ। ਇਸ ਲਈ ਗੁਰੂ ਦੀ ਸੰਗਤ ਜਿਹੜਾ ਬਹੁਤ ਜ਼ਰੂਰੀ ਹੈ, ਜਿਵੇਂ ਤੁਸੀਂ ਸਤ ਸੰਗਤ ਕਰ ਰਹੇ ਹੋ। ਸੋ ਜਿਸ ਨੂੰ ਵੀ ਪਰਮਾਤਮਾ ਨੇ ਦਰਸ਼ਨ ਦਿੱਤੇ ਨੇ, ਉਹਨੂੰ ਪਹਿਲਾਂ ਸਤ ਸੰਗਤ 'ਚ ਲਿਆ ਹੈ, ਫਿਰ ਉਹਨੇ ਨਾਮ ਜਪਿਆ, ਫਿਰ ਉਸ 'ਤੇ ਕਿਰਪਾ ਹੋਈ, ਉਹਨੂੰ ਦਰਸ਼ਨ ਦਿੱਤੇ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹ ਬੰਛ ਹੈ। ਬੰਛ ਹੈ ਹਿੰਦੀ ਦਾ ਸ਼ਬਦ ਚਾਹੁੰਦਾ ਹੈ, ਸੁਖ। ਇੱਥੋਂ ਸੁਖ ਤੋਂ ਭਾਵ ਹੈ ਮੇਰੀ ਇੱਛਾ, ਮੰਗ। ਮੇਰੀ ਮੰਗ ਕੀ ਹੈ ਕਿ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਦਿਓ, ਇਹੀ ਮੈਂ ਚਾਹੁੰਦਾ ਹਾਂ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਕਿਰਪਾ ਕਰਕੇ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਦਿਓ। ਸੁਖ ਨਾਨਕ ਇਹ ਬੰਛ, ਮੈਂ ਤੇਰੇ ਤੋਂ ਇਹੀ ਇੱਕ ਮੰਗ ਮੰਗਦਾ ਹਾਂ। ਹਾਲਾ ਕਹੇ ਸੁਖ ਨਾ ਸੁਖ ਲਓ ਜੀ, ਉਹ ਮੰਗ ਮੰਗੀ ਜਾਂਦੀ ਹੈ ਕਿ ਹੇ ਪਰਿਵਾਰ ਤੂੰ ਮੇਰਾ ਕੰਮ ਕਰਦੇ, ਫਿਰ ਮੈਂ ਐਂ ਕਰਾਂਗਾ। ਸੋ ਸੁਖ ਤੋਂ ਭਾਵ ਹੈ ਅਤੇ ਮੰਗ। ਮੇਰੀ ਇਹ ਮੰਗ ਹੈ, ਮੇਰੀ ਇੱਛਾ ਹੈ ਕਿ ਤੂੰ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਬਖਸ਼। ਜਿਸ ਨੂੰ ਤੁਮੈ ਦਿਖਾਇਓ ਦਰਸ਼ਨ, ਜਿਸ ਨੂੰ ਤੁਮੈ ਦਿਖਾਇਓ ਦਰਸ਼ਨ, ਜਿਸ ਨੂੰ ਤੁਮੈ ਦਿਖਾਇਓ ਦਰਸ਼ਨ, ਜਿਸ ਨੂੰ ਤੁਮੈ ਦਿਖਾਇਓ ਦਰਸ਼ਨ। ਸਾਧ ਸੰਗਤ ਕੈ ਪਾਛੈ, ਸਾਧ ਸੰਗਤ ਕੈ ਪਾਛੈ, ਸਾਧ ਸੰਗਤ ਕੈ ਪਾਛੈ, ਸਾਧ ਸੰਗਤ ਕੈ ਪਾਛੈ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਕਰ ਕਿਰਪਾ ਧੂਰ ਦੇਹੋ ਸੰਤਨ ਕੀ। ਸੁਖ ਨਾਨਕ ਇਹ ਬਾਂਛੈ, ਸੁਖ ਨਾਨਕ ਇਹ ਬਾਂਛੈ, ਸੁਖ ਨਾਨਕ ਇਹ ਬਾਂਛੈ, ਸੁਖ ਨਾਨਕ ਇਹ ਬਾਂਛੈ। ਗੌੜੀ ਮਹੱਲਾ ਪੰਜਵਾਂ। ਹੋਂ ਤਾਕੈ ਬਲਿਹਾਰੀ। ਇਹਨੂੰ ਤਾਕੈ ਪੜ੍ਹਨਾ, ਹਿੰਦੀ ਦੇ ਸ਼ਬਦ ਨੇ ਦੋਨੋਂ, ਇਹਨੂੰ ਤਾਂ ਕਹਿ ਨਹੀਂ ਬੋਲ ਦੇਣਾ। ਬਹੁਤ ਸਾਰੇ ਪਾਠੀ ਬਿੰਦੀ ਲਾ ਕੇ ਬੋਲਣ ਲੱਗਦੇ ਨੇ, ਕਿਉਂਕਿ ਪ੍ਰੋਬਲਮ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਤਾਂ ਪੰਜਾਬੀ ਚੱਜਦੀ ਆਉਂਦੀ ਹੈ, ਹਿੰਦੀ ਤਾਂ ਆਉਣੀ ਕੀ ਹੈ। ਇੱਕ ਅੰਗਰੇਜ਼ੀ ਸਕੂਲ 'ਚ +2 ਕੀਤੀ ਹੋਈ, ਬੜਾ ਤਗੜਾ ਸਕੂਲ ਹੈ। ਆ ਕੇ ਮਿਲ ਗੱਲਾਂ ਬਾਤਾਂ ਕਰਦੇ, ਤੂੰ ਕਿੱਥੋਂ
+2 ਕੀਤੀ ਹੈ। ਮੈਂ ਜੀ ਫਲਾਣੇ ਇੰਗਲਿਸ਼ ਮੀਡੀਅਮ ਸਕੂਲ ਤੋਂ ਕੀਤੀ। ਅੱਛਾ, ਮੈਂ ਫਸਟ, ਸੈਕੰਡ, ਥਰਡ, ਫੋਰਥ, ਫਿਫਥ, ਸਿਕਸਥ, ਸੈਵਨਥ, 8th, 9th, 10th, 11th, 12th ਇੱਥੋਂ ਤੱਕ ਮੈਂ ਲਿਖ ਕੇ ਦਿਖਾ ਇੰਗਲਿਸ਼। ਨਾ 9th ਦੇ ਸਪੈਲਿੰਗ ਆਏ ਅਤੇ ਨਾ 12th ਦੇ ਆਏ। 12th ਦੇ ਤਾਂ ਵੱਡੇ ਵੱਡੇ ਰੂੜੀ ਆਉਂਦੇ। ਇੱਕ ਸਕੂਲ ਨੇ ਸਰਟੀਫਿਕੇਟ ਕੱਟ ਕੇ ਦਿੱਤਾ, ਸਭ ਮੇਰੇ ਕੋਲ ਦਾਖਲ ਹੋਣ ਆ ਗਿਆ। ਮੈਂ ਕਾਕਾ ਇਹਨਾਂ 12th ਦੇ ਸਪੈਲਿੰਗ ਠੀਕ ਨਹੀਂ ਹੈਗੇ, ਉੱਥੋਂ ਠੀਕ ਕਰਾ ਕੇ ਲਿਆ ਵੀ ਅਸੀਂ ਨਹੀਂ ਕਟਿੰਗ ਕਰ ਸਕਦੇ, ਉਹ ਪ੍ਰਿੰਸੀਪਲ ਕਟਿੰਗ ਕਰੂਗਾ। ਉਹਨੇ ਦੇਖਿਆ ਵੀ ਇਹ ਤਾਂ ਠੀਕ ਹੈ, ਉਹਨੇ ਫਿਰ ਭੇਜਤਾ। ਮੈਂ ਕਾਕਾ 12th ਦੇ ਸਪੈਲਿੰਗ ਠੀਕ ਨਹੀਂ ਹੈ, ਇਹ ਠੀਕ ਕਰਾ ਕੇ ਲਿਆਓ। ਉਹ ਫਿਰ ਚਲੇ ਗਿਆ, ਉੱਥੇ ਲੋਕਲ ਹੀ ਸੀ। ਕਹਿੰਦੇ ਵੀ ਸਰ ਜੀ ਕਹਿੰਦੇ ਸਪੈਲਿੰਗ ਠੀਕ ਕਰਾ ਕੇ ਲਿਆਓ। ਕਹਿੰਦਾ ਵੀ ਕਿਹੜਾ ਸਰ ਹੈ? ਕਹਿੰਦਾ ਜੈਮਲ ਸਿੰਘ ਹੈ। ਕਹਿੰਦੇ ਵੀ ਉਹਦਾ ਬਹੁਤ ਲੰਬਾ ਤਜਰਬਾ ਪੜ੍ਹਾਉਣ ਦਾ, ਕੋਈ ਗੱਲ ਹੋਣੀ ਹੈ। ਉਹ ਵਿਚਾਰਾ ਆਪ ਚੱਲ ਕੇ ਆ ਗਿਆ। ਕਹਿੰਦੇ ਜੀ 12th ਦੇ ਵਿੱਚ ਕੀ ਨੁਕਸ ਹੈ? ਮੈਂ ਇਹਦੇ ਵਿੱਚ F ਚਾਹੀਦਾ, ਤੁਸੀਂ ਤਾਂ 12 ਵਾਂਗੂ ਪਾਤਾ। 12th F ਵਿੱਚ ਹੁੰਦਾ। ਫਿਰ ਮੈਂ ਉਹਨੂੰ ਡਿਕਸ਼ਨਰੀ ਵਿਖਾਈ, ਕੱਲ੍ਹ ਪਹਿਲੀ ਵਾਰ ਪਤਾ ਲੱਗੇ ਜੀ 12th ਦੇ ਆਸ ਪਹਿਲਾਂ ਅਤੇ ਕੁੜੀ ਨੇ ਨਾ 9th ਲਿਖਣਾ ਆਇਆ। ਹੁਣ ਉਹਨੇ ਤਾਂ 9 ਪਾ ਕੇ TH ਪਤਾ, ਇਹ ਨਹੀਂ ਪਤਾ ਮਗਰ E ਕੱਢ ਜਿਹੜੀ ਵਿੱਚ। 9th ਨੂੰ ਨਿਣਥ ਜਿਵੇਂ ਲਿਖਿਆ ਇਸ ਤਰ੍ਹਾਂ ਲਿਖਿਆ ਜਾਂਦਾ, 12th ਨੂੰ ਫੱਫੇ ਨਾਲ ਲਿਖੇ ਜਾਂਦੇ, ਵਿੱਚ F ਹੁੰਦੇ ਹਨ। ਸੋ ਅੰਗਰੇਜ਼ੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਅੰਗਰੇਜ਼ੀ ਬੋਲਣੀ ਤਾਂ ਆਉਂਦੀ ਹੈ, ਅੰਗਰੇਜ਼ੀ ਨਹੀਂ ਕੋਈ ਬਹੁਤੀ ਆਉਂਦੀ। ਕਿਤੇ ਤੁਹਾਨੂੰ ਭੁਲੇਖਾ ਹੋਵੇ ਇਹਨਾਂ ਨੂੰ ਅੰਗਰੇਜ਼ੀ ਆਉਂਦੀ, ਬੋਲਣੀ ਜ਼ਰੂਰ ਆਉਂਦੀ, ਇਹ 'ਚ ਕੋਈ ਸ਼ੱਕ ਨਹੀਂ। ਪਹਿਲੀ ਦਾ ਜਵਾਕ ਵੀ ਅੰਗਰੇਜ਼ੀ ਬੋਲ ਰਿਹਾ ਹੁੰਦਾ। ਮੈਂ ਇੱਕ ਪਹਿਲੀ ਦੀ ਕੁੜੀ ਨੂੰ ਵੀ ਅੰਗਰੇਜ਼ੀ ਬੋਲਦੇ ਦੇਖਿਆ ਹੋਇਆ ਹੈ। ਇੱਕ ਬੰਦਾ ਤਾਂ ਪਹਿਲਾਂ ਪੰਜਾਬੀ 'ਚ ਗੱਲ ਕਰ ਰਿਹਾ, ਉਹਨੇ ਪੰਜਾਬੀ 'ਚ ਉੱਤਰ ਦਿੱਤਾ, ਫਿਰ ਉਹ ਇੰਗਲਿਸ਼ ਗੱਲ ਕਰ ਲਿਆ, ਉਹਨੇ ਇੰਗਲਿਸ਼ 'ਚ ਉੱਤਰ ਦਿੱਤਾ। ਹਾਂ, ਸੋ ਇਸ ਲਈ ਇਹ ਜਦੋਂ ਵੀ ਤੁਸੀਂ ਕੁਛ ਪੜ੍ਹੋ ਬੜੇ ਧਿਆਨ ਨਾਲ ਉਸ ਨੂੰ ਪੜ੍ਹੋ। ਇਹ ਠੂੰ ਠੱਪ ਨਾਲ ਨਹੀਂ ਸਾਡੀ ਗੱਲ ਬਣਨੀ। ਹੋਂ ਤਾ ਕੈ ਬਲਿਹਾਰੀ, ਇਹ ਤਾਂ ਦੱਸਣ ਲੱਗਾ ਸੀ ਹਿੰਦੀ ਦਾ ਸ਼ਬਦ ਹੈ। ਤਾ ਮੈਨੇ ਉਸ, ਕੈ ਮੈਨੇ ਦੇ। ਹੋਂ ਮੈਂ, ਹੋਂ ਤਾ ਕੈ ਬਲਿਹਾਰੀ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਜਾ ਕੈ ਕੇਵਲ ਨਾਮ ਆਧਾਰੀ, ਜਿਸ ਦੇ ਜ਼ਿੰਦਗੀ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਇੱਥੇ ਵੀ ਪਹੁੰਚਣਾ। ਅਜੇ ਤਾਂ ਸਾਡਾ ਕਿੰਨੇ ਕਿੰਨੇ ਘੰਟੇ ਬਿਨਾਂ ਕਹੇ ਸਰ ਜਾਂਦਾ ਹੈ। ਇੱਕ ਦਿਨ ਆਏਗਾ ਜਦੋਂ ਅਸੀਂ ਭਜਨ ਬੰਦਗੀ ਕਰਦੇ ਰਹਾਂਗੇ, ਕਰਦੇ ਰਹਾਂਗੇ, ਕਰਦੇ ਰਹਾਂਗੇ, ਫਿਰ ਸਾਡੇ ਲਈ 1 ਮਿੰਟ ਵੀ ਖਰਾਬ ਕਰਨਾ ਔਖਾ ਲੱਗੇਗਾ ਸਾਨੂੰ। ਆ ਹੁਣ ਗੱਲਾਂ ਕਰਨ ਦੇ ਅਸੀਂ ਸ਼ੌਕੀਨ ਹਾਂ, ਫਿਰ ਇੱਕ ਸ਼ੌਕ ਕੋਈ ਨਹੀਂ ਰਹੇਗਾ ਗੱਲਾਂ ਦਾ, ਭਜਨ ਬੰਦਗੀ ਦਾ ਹੋ ਜਾਏਗਾ। ਜਾ ਕੇ ਕੇਵਲ ਨਾਮ ਆਧਾਰੀ, ਜਿਸ ਦਾ ਜੀਵਨ ਦਾ ਆਧਾਰ ਕੇਵਲ ਨਾਮ ਹੈ, ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਰਹਾਓ ਮਹਿਮਾ ਤਾਕੀ ਕੇਤਕ ਗਣੀਏ, ਜਨ ਪਾਰ ਬ੍ਰਹਮ ਰੰਗ ਰਾਤੇ। ਜਨ ਪਾਰ ਬ੍ਰਹਮ ਰੰਗ ਰਾਤੇ, ਜਿਹੜੇ ਪਰਮਾਤਮਾ ਦੇ ਜਨ ਨੇ, ਸੇਵਕ ਨੇ, ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਹਨ। ਰੰਗ ਇੱਥੇ ਰੰਗ ਪਿਆਰ ਨੂੰ ਕਹਿੰਦੇ ਨੇ। ਜਨ ਪਾਰ ਬ੍ਰਹਮ ਰੰਗ ਰਾਤੇ, ਜਿਹੜੇ ਪਰਮਾਤਮਾ ਦੇ ਪਿਆਰ 'ਚ ਰੰਗੇ ਹੋਏ ਹਨ। ਮਹਿਮਾ ਤਾਕੀ ਕੇਤਕ ਗਣੀਏ, ਉਹਦੀ ਮਹਿਮਾ ਕਿੱਥੋਂ ਤੱਕ ਗਿਣੀ? ਪਰ ਉਹਦੀ ਮਹਿਮਾ, ਉਹਦੀ ਵਡਿਆਈ ਕੀਤੀ ਹੀ ਨਹੀਂ ਜਾ ਸਕਦੀ ਜਿਹੜੇ ਪਰਮਾਤਮਾ ਦੇ ਪਿਆਰ 'ਚ ਰੰਗੇ ਹੋਏ ਹਨ। ਸੁਖ ਸਹਿਜ ਆਨੰਦ ਤਿਨਾ ਸੰਗ, ਹੁਣ ਸੰਸਰ ਅਵਰ ਨਾ ਦਾਤੇ। ਉਹਨਾਂ ਦੀ ਸੰਗਤ 'ਚ ਆ ਕੇ ਸੁੱਖ ਮਿਲਦਾ ਹੈ, ਸਹਿਜ ਅਵਸਥਾ ਮਿਲਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੁਖ ਸਹਿਜ ਆਨੰਦ ਤਿਨਾ ਸੰਗ, ਉਹਨਾਂ ਦੀ ਸੰਗਤ ਕਰਕੇ ਸੁੱਖ ਸਹਿਜ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਮਸਰ, ਸਮਸਰ ਹੁੰਦਾ ਬਰਾਬਰ। ਹੁਣ ਸਮਸਰ ਅਵਰ ਨਾ ਦਾਤੇ, ਉਹਨਾਂ ਦੇ ਬਰਾਬਰ ਦਾ ਕੋਈ ਹੋਰ ਦਾਤਾ ਹੀ ਨਹੀਂ ਹੈਗਾ। ਉਹਨਾਂ ਦੇ ਬਰਾਬਰ ਦਾ, ਕਿਹਨਾਂ ਦੇ ਬਰਾਬਰ ਦਾ? ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਹਨ। ਜਿਹੜੇ ਪਰਮਾਤਮਾ ਦੇ ਪਿਆਰ 'ਚ ਰੰਗੇ ਹੋਏ ਹਨ, ਉਹਨਾਂ ਦੀ ਸੰਗਤ ਕਰਕੇ ਸੁੱਖ ਸਹਿਜ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਅਤੇ ਉਹਨਾਂ ਦੇ ਬਰਾਬਰ ਦਾ ਹੋਰ ਕੋਈ ਦਾਤਾ ਹੀ ਨਹੀਂ ਹੁੰਦਾ।
ਕਿ ਉਹ ਨਾਮ ਦੀ ਦਾਤ ਬਣਦੇ ਨੇ। ਇਹ ਸਭ ਤੋਂ ਵੱਡੀ ਦਾਤ ਹੈ, ਆਪ ਨਾਮ ਜਪਣਾ, ਦੂਜੇ ਤੋਂ ਨਾਮ ਜਪਵਾਉਣਾ। ਇਹ ਸਭ ਤੋਂ ਉੱਤਮ ਕੰਮ ਧਰਮ 'ਚ ਗਿਣਿਆ ਗਿਆ ਹੈ। ਜਗਤ ਉਦਾਹਰਨ ਸੇਈ ਆਏ, ਜੋ ਜਨ ਦਰਸ ਪਿਆਸ। ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਹੈ ਨਾ, ਉਹ ਸੰਸਾਰ ਦਾ ਭਲਾ ਕਰਨ ਆਏ ਨੇ। ਜਗਤ ਉਦਾਹਰਨ ਸੇਈ ਆਏ। ਸੋਈ ਇੱਕ ਵਚਨ ਹੁੰਦਾ, ਸੇਈ ਬਹੁਵਚਨ ਹੁੰਦਾ, ਇਸ ਲਈ ਆਏ। ਜੇ ਕਹਿੰਦਾ ਸੋਈ, ਫਿਰ ਹੁਣ ਅਸੀਂ ਆਇਆ, ਫਿਰ ਅੱਗੇ ਕੀ ਹੋਣਾ ਸੀ? ਆਇਆ। ਸੇਈ ਬਹੁਵਚਨ ਹੈ, ਅੱਗੇ ਫਿਰ ਕਿਰਿਆ ਵੀ ਬਹੁਵਚਨ ਹੋਵੇਗੀ। ਜਗਤ ਉਦਾਹਰਨ ਸੇਈ ਆਏ, ਉਹ ਸੰਸਾਰ ਦਾ ਭਲਾ ਕਰਨ ਆਏ। ਕੌਣ? ਜੋ ਜਨ ਦਰਸ ਪਿਆਸ, ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਜੀ। ਉਨਕੀ ਸ਼ਰਨ ਪਰੈ ਤੋ ਸੋ ਤਰਿਆ, ਸੰਤ ਸੰਗ ਪੂਰਨ ਆਸ। ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤਮੰਨਾ ਹੈ, ਉਹਨਾਂ ਦੀ ਸ਼ਰਨ 'ਚ ਜਿਹੜਾ ਆ ਜਾਂਦਾ ਹੈ, ਉਨਕੀ ਸ਼ਰਨ ਪਰੈ, ਜੋ ਉਹਨਾਂ ਦੀ ਸ਼ਰਨ 'ਚ ਆ ਗਿਆ ਹੈ, ਸੋ ਤਰਿਆ, ਉਹ ਤਰ ਜਾਂਦਾ ਹੈ। ਸੰਤ ਸੰਗ ਪੂਰਨ ਆਸ, ਇਹੋ ਜਿਹੇ ਸੰਤਾਂ ਦੀ ਸੰਗਤ ਕਰਕੇ ਇੱਛਾ ਪੂਰਨ ਹੋ ਜਾਂਦੀ ਹੈ। ਇੱਛਾ ਪੂਰਨ ਹੋ ਜਾਂਦੀ ਹੈ, ਕਿਉਂ? ਸੰਤਾਂ ਦੀ ਸੰਗਤ ਕਰਕੇ ਬੰਦਾ ਨਾਮ ਜਪਦਾ ਹੈ, ਅਤੇ ਜਿਹੜਾ ਨਾਮ ਜਪਦਾ ਹੈ ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਪਰਮਾਤਮਾ ਦੀ ਸਾਰੀ ਇੱਛਾਵਾਂ ਪੂਰੀਆਂ ਕਰਦਾ ਜਿਹੜਾ ਨਾਮ ਜਪਦਾ ਹੈ। ਉਹਦਾ ਨਾਂ ਹੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਨਾਮ ਉਹਦਾ ਹੀ ਹੈ। ਜਿਹੜਾ ਉਹਦਾ ਨਾਮ ਜਪਦਾ ਹੈ, ਪਰਮਾਤਮਾ ਦੀ ਇੱਛਾ ਪੂਰੀ ਕਰ ਦਿੰਦਾ ਹੈ। ਸਮਾਂ ਪਾ ਕੇ ਫਿਰ ਕੋਈ ਇੱਛਾ ਰਹਿੰਦੀ ਹੀ ਨਹੀਂ ਹੈ। ਇੱਛਾਵਾਂ ਹੀ ਪਰਮਾਤਮਾ ਮਾਰ ਦਿੰਦਾ, ਖਤਮ ਕਰ ਦਿੰਦਾ, ਇੱਛਾ ਹੀ ਨਹੀਂ ਰਹਿੰਦੀ ਕੋਈ, ਸਿਰਫ ਲੋੜਾਂ ਰਹਿ ਜਾਂਦੀਆਂ ਨੇ। ਲੋੜਾਂ ਪੂਰੀਆਂ ਕਰਨਾ ਪਰਮਾਤਮਾ ਦਾ ਫਰਜ਼ ਹੈ, ਕਿਉਂਕਿ ਉਹਨੇ ਸਾਨੂੰ ਪੈਦਾ ਕੀਤਾ। ਦੇਖਣ ਨੂੰ ਸਾਡੇ ਮਾਂ ਬਾਪ ਨੇ ਸਾਨੂੰ ਪੈਦਾ ਕੀਤਾ, ਪਰ ਨਹੀਂ। ਪਰਮਾਤਮਾ ਕਹਿੰਦਾ ਤੁਸੀਂ ਮੇਰੇ ਬੱਚੇ ਹੋ। ਸਿਰਫ ਤੁਹਾਡੇ ਮਾਤਾ ਪਿਤਾ ਰਾਹੀਂ ਤਾਂ ਤੁਹਾਨੂੰ ਮੈਂ ਸੰਸਾਰ 'ਤੇ ਭੇਜਿਆ, ਹੋਰ ਕੋਈ ਸਾਧਨ ਨਹੀਂ ਹੈ ਭੇਜਣ ਦਾ। ਅਸਮਾਨ ਤੋਂ ਸੁੱਟੇ ਨਹੀਂ ਜਾ ਸਕਦੇ ਬੱਚੇ, ਠੀਕ ਹੈ ਨਾ? ਅਸਮਾਨ ਤੋਂ ਬੱਚੇ ਦੀ ਵਰਖਾ ਨਹੀਂ ਹੁੰਦੀ। ਬੱਚੇ ਮਾਤਾ ਪਿਤਾ ਰਾਹੀਂ ਇਸ ਸੰਸਾਰ ਤੋਂ ਆਉਂਦੇ ਨੇ। ਧਰਮ ਇਹ ਕਹਿੰਦਾ ਹੈ ਕਿ ਪਰਮਾਤਮਾ ਕਹਿੰਦਾ ਹੈ ਤੁਸੀਂ ਮੇਰੇ ਬੱਚੇ ਹੋ, ਤੁਹਾਡੀਆਂ ਲੋੜਾਂ ਪੂਰੀਆਂ ਕਰਨਾ ਮੇਰਾ ਕੰਮ ਹੈ, ਪਰ ਉਹ ਤਾਂ ਕਰਾਂਗਾ ਜੇ ਤੁਸੀਂ ਮੇਰਾ ਨਾਮ ਜਪੋਗੇ। ਜੇ ਤੁਸੀਂ ਮੇਰਾ ਨਾਮ ਨਹੀਂ ਜਪੋਗੇ, ਫਿਰ ਦਫਾ ਹੋ, ਆਪਣਾ ਕਮਾਈ ਜੋ ਖਾਈ ਜਾਓ। ਪਰਮਾਤਮਾ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਜਿਹੜੇ ਉਹਦਾ ਨਾਮ ਜਪਦੇ ਨੇ। ਨਾਮ ਜਪਣ ਵਾਲੇ ਨੂੰ ਪਰਮਾਤਮਾ ਬਹੁਤ ਪਿਆਰ ਕਰਦਾ ਹੈ, ਅਤੇ ਲਾੜ 'ਚ ਆ ਕੇ ਉਹਦੀ ਫਿਰ ਸਾਰੀ ਇੱਛਾਵਾਂ ਪੂਰੀਆਂ ਕਰਦਾ ਹੈ। ਸੋ ਤਾਂ ਕਹਿੰਦੇ ਹੁਣ ਕੀ ਸ਼ਰਨ ਪਰੈ ਸੋ ਤਰਿਆ। ਜਿਹੜਾ ਇਹੋ ਜਿਹੇ ਗੁਰਮੁਖਾਂ ਦੀ ਸ਼ਰਨ 'ਚ ਆ ਜਾਂਦਾ ਹੈ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਸੰਤ ਸੰਗ ਪੂਰਨ ਆਸਾ, ਕਿਉਂਕਿ ਸੰਤਾਂ ਦੀ ਸੰਗਤ ਕਰਕੇ ਇੱਛਾ ਪੂਰੀ ਹੋ ਜਾਂਦੀ ਹੈ। ਤਾ ਕੈ ਚਰਨ ਪਰੋਂ ਤਾਂ ਜੀਵਾਂ, ਜਨ ਕੈ ਸੰਗ ਨਿਹਾਲਾ। ਇਹੋ ਜਿਹੇ ਸਾਧੂਆਂ ਸੰਤਾਂ ਦੀ ਚਰਨ ਪਰੋਂ, ਮੈਂ ਉਹਨਾਂ ਦੇ ਚਰਨਾਂ 'ਤੇ ਪੈਂਦਾ ਹਾਂ, ਡਿੱਗਦਾ ਹਾਂ, ਤਾਂ ਜੀਵਾਂ। ਮੈਂ ਜਦੋਂ ਉਹਨਾਂ ਚਰਨਾਂ 'ਤੇ ਡਿੱਗਦਾ ਹਾਂ ਤਾਂ ਸਮਝੋ ਮੈਂ ਜਿਉਂਦਾ ਹਾਂ। ਜਨ ਕੈ ਸੰਗ ਨਿਹਾਲਾ, ਇਹਨਾਂ ਸੰਤਾਂ ਦੀ ਸੰਗਤ ਕਰਕੇ ਮੈਂ ਨਿਹਾਲ ਹੋ ਜਾਂਦਾ ਹਾਂ, ਭਾਵ ਮੈਨੂੰ ਖੁਸ਼ੀ ਹੁੰਦੀ ਹੈ। ਸੋ ਸੰਤਾਂ ਦੇ ਜਿਹੜਾ ਹੈ ਚਰਨਾਂ 'ਤੇ ਮੱਥਾ ਟੇਕੀਦਾ ਹੁੰਦਾ, ਜਾਨਾਂ ਦੇ ਚਰਨਾਂ ਸਪਰਸ਼ ਕਰੀਦਾ ਹੁੰਦਾ, ਕਿਉਂਕਿ ਜਦੋਂ ਆਪਾਂ ਸੰਤਾਂ ਨੂੰ ਮੱਥਾ ਟੇਕਦੇ ਹਾਂ ਤਾਂ ਕੁਦਰਤੀ ਗੱਲ ਹੈ ਉਹ ਸਾਨੂੰ ਉੱਪਰ ਨੂੰ ਚੱਕਦੇ ਨੇ, ਠੀਕ ਹੈ। ਹੁਣ ਦਾ ਹੱਥ ਸਾਡੇ ਸਿਰ 'ਤੇ ਆਉਂਦਾ ਹੈ, ਉਹਨਾਂ ਦੇ ਮੂੰਹ ਆਪਣੇ ਆਪ ਅਸੀਸ ਨਿਕਲਦੀ ਹੈ। ਨੂੰਹ ਹੈ ਨਹਾ ਧੋ ਕੇ ਹਾਰ ਸ਼ਿੰਗਾਰ ਕਰਕੇ ਫਿਰ ਆਪਣੀ ਸੱਸ ਦੇ ਪੈਰਾਂ 'ਤੇ ਮੱਥਾ ਟੇਕਦੀ ਹੈ। ਫਿਰ ਸੱਸ ਕਹਿੰਦੀ ਬੁੱਢ ਸੁਹਾਗਣ ਹੋਵੇ, ਸਾਈਂ ਜੀਵੀ, ਪੁੱਤਰਵੰਤੀ ਹੋਵੇ, ਪਤਾ ਨਹੀਂ ਕਿੰਨਾ ਕੁਛ ਕਹਿੰਦੀ। ਮੈਂ ਦੇਖਿਆ ਕਦੇ ਜਦੋਂ ਮੇਰੀ ਭਰਜਾਈ ਨੇ ਮੱਥਾ ਟੇਕਣਾ ਮੇਰੀ ਮਦਰ ਨੂੰ,
ਬਦਲ ਕਹਿੰਦਾ ਬੁੱਢ ਸੁਹਾਗਨ ਹੋਵੇ, ਸਾਈਂ ਜੀ ਵੀ ਪੁੱਤਰ ਹੋਵੇ, ਫਲਾਣਾ ਹੋਵੇ, ਆ ਕਿੰਨਾ ਕੋਈ ਅਸੀਸਾਂ ਦਿੰਦੇ ਰਹਿੰਦੇ ਸੀ। ਚਲੋ ਉਹ ਤਾਂ ਸੰਸਾਰੀ ਲੋਕ ਹੁੰਦੇ ਨੇ, ਪਤਾ ਨਹੀਂ ਅਸੀਸ ਲੱਗੇ ਨਾ ਲੱਗੇ, ਪਰ ਜਿਹੜਾ ਨਾਮ ਜਪਦਾ ਉਹਦੀ ਅਸੀਸ ਅਤੇ ਦੁਰਸੀਸ ਦੋਨੋਂ ਲੱਗ ਜਾਂਦੀਆਂ ਨੇ। ਇਸ ਲਈ ਨਾਮ ਜਪਣੇ ਵਾਲੇ ਨਾਲ ਪੰਗਾ ਨਹੀਂ ਲਈਦਾ ਹੁੰਦਾ। ਜੇ ਉਹਨੇ ਦੁਰਸੀਸ ਦੇਤੀ ਤਾਂ ਵੀ ਪੱਠਾ ਪੈ ਜਾਣਾ ਨਾਲ ਦੀ ਨਾਲ। ਕ੍ਰਿਸ਼ਨ ਮਹਾਰਾਜ ਦੇ ਪੁੱਤਰ ਅਤੇ ਦੋਸਤਾਂ ਨੇ ਬਸ ਸਾਧੂ ਨੇ ਪੰਗਾ ਲੈ ਲਿਆ, ਉਹਨਾਂ ਨੇ ਦੁਰਸੀਸ ਦਿੱਤੀ। ਜੋ ਕਦੇ ਦੇ ਪੇਟ 'ਚ ਉਹ ਹੋਏਗਾ ਜੋ ਤੁਹਾਡੇ ਖਾਨਦਾਨ ਦਾ ਨਾਸ਼ ਕਰੇਗਾ। ਦੁਰਸੀਸ ਮਿਲ ਗਈ, ਬਸ ਬਹਿ ਕੇ ਪੱਠਾ। ਸਿਆਣੇ ਕਹਿੰਦੇ ਨੇ ਕੋਈ ਸਾਧੂ ਚੰਗਾ ਨਹੀਂ ਨਾ ਲੱਗਦਾ, ਉਹਦੇ ਕੋਲ ਜਾਣਾ ਹੀ ਨਹੀਂ ਚਾਹੀਦਾ। ਜਾ ਕੇ ਕੁਝ ਬੋਲਿਆ ਗਿਆ ਅਤੇ ਉਹਨੇ ਜੇ ਦੁਰਸੀਸ ਦਿੱਤੀ, ਸਾਡਾ ਬਚਣਾ ਕੱਖ ਨਹੀਂ ਹੈ। ਸਾਧੂਆਂ ਕੋਲ ਜਾਣਾ ਤਾਂ ਨਿਮਰਤਾ ਸਹਿਤ ਜਾਣਾ। ਫਤਿਹ ਬੁਲਾਓ, ਚਾਹੇ ਮੱਥਾ ਟੇਕੋ, ਤੁਹਾਡੀ ਆਪਣੀ ਮਰਜ਼ੀ, ਤੁਹਾਡੀ ਆਪਣੀ ਸ਼ਰਧਾ ਭਾਵਨਾ ਹੈ। ਸੋ ਤਾਂ ਕਹਿੰਦੇ ਤਾ ਕੈ ਚਰਨ ਪਰੋਂ ਤਾਂ ਜੀਵਾਂ, ਜਨ ਕੈ ਸੰਗ ਨਿਹਾਲਾ। ਜਿਹੜੇ ਪਰਮਾਤਮਾ ਦੇ ਜਨ ਹਨ, ਪਰਮਾਤਮਾ ਦੇ ਭਗਤ ਹਨ, ਕਹਿੰਦਾ ਜਦੋਂ ਉਹਨੂੰ ਮੈਂ ਚਰਨਾਂ 'ਤੇ ਮੱਥਾ ਟੇਕਦਾ ਤਾਂ ਮੈਂ ਸਮਝਦਾ ਮੈਂ ਹੁਣ ਜਿਉਂਦਾ ਹਾਂ। ਉਹਨਾਂ ਦੀ ਸੰਗਤ ਕਰਕੇ ਮੈਂ ਨਿਹਾਲ ਹੋ ਜਾਂਦਾ ਹਾਂ, ਮੈਂ ਖੁਸ਼ ਹੋ ਜਾਂਦਾ ਹਾਂ। ਭਗਤਨ ਕੀ ਰੇਨ ਹੋਏ ਮਨ ਮੇਰਾ, ਹੋ ਪ੍ਰਭੂ ਕਿਰਪਾਲਾ। ਹੇ ਪਰਮਾਤਮਾ, ਮੇਰੇ 'ਤੇ ਤੁਸੀਂ ਕਿਰਪਾਲੂ ਹੋਵੋ, ਮੇਰੇ 'ਤੇ ਤੁਸੀਂ ਕਿਰਪਾ ਕਰੋ। ਕੀ ਕਿਰਪਾ ਕਰੋ? ਭਗਤਨ ਕੀ ਰੇਨ ਹੋਏ ਮਨ ਮੇਰਾ। ਆਪਾਂ ਰੇਣ ਕਹਿੰਦੇ ਹਾਂ, ਹਿੰਦੀ ਦਾ ਸ਼ਬਦ ਹੈ ਰੇਣੂ। ਸਪੈਲਿੰਗ ਉਹੀ ਹਿੰਦੀ ਵਾਲੇ ਆਣਾ ਨੇ ਔਂਕਲ ਲੱਗਾ। ਹਿੰਦੀ ਕਹਿੰਦੇ ਰੇਣੂ, ਕਈਆਂ ਨੇ ਲਿਖਿਆ ਰੇਣੂ ਬਾਲਾ, ਆਪਣਾ ਨਾਮ ਵੀ ਰੱਖਿਆ ਹੁੰਦਾ। ਰੇਣੂ ਹੁੰਦਾ ਚਰਨ ਧੂੜ, ਜਿਹਨੂੰ ਆਪਾਂ ਗੁਰਬਾਣੀ ਦੇ ਨਿਯਮ ਅਨੁਸਾਰ ਪੜ੍ਹਦੇ ਹਾਂ ਰੇਨ। ਭਗਤਨ ਕੀ ਰੇਨ ਹੋਏ ਮਨ ਮੇਰਾ। ਹੇ ਪਰਮਾਤਮਾ, ਮੇਰੇ 'ਤੇ ਕਿਰਪਾ ਕਰੋ, ਮੇਰਾ ਜਿਹੜਾ ਮਨ ਹੈ ਤੇਰੇ ਭਗਤਾਂ ਦੀ ਚਰਨ ਧੂੜ ਹੋ ਜਾਵੇ। ਭਾਵ ਮੈਨੂੰ ਆਪਣੇ ਭਗਤਾਂ ਦੀ ਚਰਨ ਧੂੜ ਬਖਸ਼ੋ। ਭਾਵ ਮੈਂ ਤੁਹਾਡੇ ਭਗਤਾਂ ਦੀ ਨਿਮਰਤਾ ਸਹਿਤ ਸੇਵਾ ਕਰਾਂ, ਸੰਗਤ ਕਰਾਂ। ਹੇ ਪਰਮਾਤਮਾ, ਮੇਰੇ 'ਤੇ ਕਿਰਪਾ ਕਰੋ। ਰਾਜ ਜੋਬਨ ਅਵਧ ਜੋ ਦੀਸੈ, ਸਭ ਕੁਛ ਜੁਗ ਮੈਂ ਘਾਟਿਆ। ਰਾਜ, ਇਹ ਜਿਹੜਾ ਰਾਜ ਦਿਸ ਰਿਹਾ, ਜੋਬਨ ਜਵਾਨੀ ਦਿਸ ਰਹੀ ਹੈ। ਅਵਧ ਉਮਰ ਨੂੰ ਕਹਿੰਦੇ। ਅਵਧ ਤੋਂ ਪੰਜਾਬੀ 'ਚ ਔਧ ਬਣਿਆ। ਜਬ ਆਪ ਕੀ ਔਧ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਅਵਧ ਤੋਂ ਪੰਜਾਬੀ 'ਚ ਵਾਵੇ ਦਾ ਊੜਾ ਬਣ ਜਾਂਦਾ ਹੈ। ਜਿਵੇਂ ਤਪ ਪ੍ਰਸਾਦ, ਪੰਜਾਬੀ ਜਿਹਨੇ ਤੋ ਪ੍ਰਸਾਦ, ਤਬ ਤੋਂ ਤੋ ਬਣ ਜਾਂਦਾ। ਇਸ ਅਵਧ ਤੋਂ ਪੰਜਾਬੀ 'ਚ ਬਣ ਜਾਂਦਾ ਔਧ, ਉਮਰ। ਜੋ ਰਾਜ ਹੈ, ਜੋ ਜਵਾਨੀ ਹੈ, ਜੋ ਉਮਰ ਹੈ, ਸਭ ਕੁਛ ਯੁੱਗ ਮੈਂ ਘਾਟਿਆ। ਇਹ ਸਾਰਾ ਕੁਛ ਘਟਦਾ ਰਿਹਾ, ਇਹ ਸੰਸਾਰ 'ਚ ਘਟ ਰਿਹਾ, ਇਹ ਵੱਧ ਨਹੀਂ ਰਿਹਾ। ਜਵਾਨੀ ਵੀ ਘਟ ਰਹੀ ਹੈ, ਉਮਰ ਵੀ ਘਟ ਰਹੀ ਹੈ, ਅਤੇ ਰਾਜ ਵੀ ਸਦਾ ਨਹੀਂ ਰਹਿਣਾ। ਮੰਨ ਲਓ 5 ਸਾਲ ਹੀ ਰਾਜ ਮਿਲਿਆ, 4 ਸਾਲ ਲੰਘ ਗਏ, ਥੋੜ੍ਹੇ ਜਿਹੇ ਰਹਿ ਗਏ ਨੇ। ਹੁਣ ਦੀ ਸਰਕਾਰ ਦਾ 3 ਕੁ ਮਹੀਨੇ ਰਹਿ ਗਏ ਨੇ, ਬਸ ਘਟ ਰਿਹਾ ਹੈ। ਰਾਜ ਵੀ ਦਾ ਸਮਾਂ ਵੀ ਘਟ ਰਿਹਾ ਹੈ, ਜਵਾਨੀ ਦਾ ਸਮਾਂ ਵੀ ਘਟ ਰਿਹਾ ਹੈ, ਵੈਸੇ ਹੀ ਸਮਾਂ ਘਟ ਰਿਹਾ ਹੈ। ਜੋ ਕੁਛ ਸੰਸਾਰ 'ਚ ਦਿਸ ਰਿਹਾ, ਸਭ ਕੁਛ ਘਟ ਰਿਹਾ ਹੈ। ਨਾਮ ਨਿਦਾਨ ਸਦ ਨਭ ਤਨ ਨਿਰਮਲ, ਇਹ ਨਾਨਕ ਹਰ ਤਨ ਖਟਿਆ। ਨਾਮ ਦਾ ਜਿਹੜਾ ਖਜ਼ਾਨਾ ਹੈ, ਨਿਦਾਨ ਖਜ਼ਾਨੇ ਨੂੰ ਕਹਿੰਦੇ। ਨਾਮ ਨਿਦਾਨ, ਨਾਮ ਦਾ ਖਜ਼ਾਨਾ ਸਦਾ ਨਵ ਤਨ, ਨਵ ਤਨ ਦਾ ਨਵਾਂ। ਨਾਮ ਨਿਧਾਨ ਕਦੇ ਪੁਰਾਣਾ ਨਹੀਂ ਹੁੰਦਾ, ਇਹ ਸਦਾ ਹੀ ਨਵਾਂ ਰਹਿੰਦਾ ਹੈ। ਨਿਰਮਲ ਹੈ, ਨਾਮ ਨਿਰਮਲ ਕਰਦਾ। ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਦਾ ਨਾਮ ਨਿਰਮਲ ਹੈ। ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵੇ, ਸਾਡੇ ਮਨ ਨੂੰ ਭਾਵੇਂ ਕਿੰਨੀ ਮੈਲ ਕਿਉਂ ਨਹੀਂ ਲੱਗੀ ਹੈ, ਮਨ ਨਿਰਮਲ ਹੋ ਜਾਏਗਾ। ਜਦੋਂ ਮਨ ਨਿਰਮਲ ਹੋ ਗਿਆ ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਵਾਲੇ ਗੰਗਾ ਦਾ ਪਾਣੀ ਸਾਫ ਸੁਥਰਾ ਹੁੰਦਾ ਸੀ,
ਅੱਜ ਲਿਖਦੇ ਕਦੇ ਨਹੀਂ ਸੀ ਲਿਖਦੇ। ਉਹ ਉਹਨੂੰ ਪਤਾ ਵੀ ਗੰਗਾ ਤਾਂ ਮੈਲ ਹੀ ਹੋ ਗਈ, ਰਾਮ ਤੇਰੀ ਗੰਗਾ ਮੈਲੀ। ਹੁਣ ਤਾਂ ਦੁਨੀਆ ਭਰ ਦਾ ਗੰਦ ਲੋਕ ਦਰਿਆਵਾਂ 'ਚ ਸੁੱਟ ਦਿੰਦੇ, ਫੈਕਟਰੀਆਂ ਵਾਲੇ ਅੱਡ ਗੰਦ ਪਾਉਂਦੇ ਨੇ, ਲੋਕ ਵਿੱਚ ਮੁਰਦੇ ਸੁੱਟ ਦਿੰਦੇ ਨੇ, ਰਜਾਈਆਂ ਤਲਾਈਆਂ ਸੁੱਟ ਦਿੰਦੇ ਨੇ, ਆ ਫੁੱਲਾਂ ਦੇ ਹਾਰ ਸੁੱਟ ਦਿੰਦੇ ਨੇ, ਪਤਾ ਨਹੀਂ ਕੀ ਪਾਣੀ 'ਚ ਰੋੜਦੇ ਰਹਿੰਦੇ ਨੇ, ਜਲ ਪ੍ਰਵਾਹ ਕਰ ਦਿੰਦੇ ਨੇ। ਪਾਣੀ ਪੀਣ ਯੋਗ ਹੀ ਨਹੀਂ ਰਹਿ ਗਿਆ ਹੈ। ਪਰ ਜਿਹੜਾ ਨਾਮ ਧਨ ਹੈ ਇਹ ਸਦਾ ਨਵਾਂ ਹੈ, ਇਹ ਨਿਰਮਲ ਹੈ ਨਾ। ਇਹ ਨਾਨਕ ਹਰ ਤਨ ਖਟਿਆ। ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਇਹ ਨਾਮ ਧਨ ਖਟਿਆ ਹੈ। ਬਾਕੀ ਤਾਂ ਸਭ ਕੁਝ ਘਟ ਰਿਹਾ, ਬਾਕੀ ਰਾਜ ਵੀ ਘਟ ਰਿਹਾ ਹੈ, ਜਵਾਨੀ ਵੀ ਘਟ ਰਹੀ ਹੈ, ਉਮਰ ਵੀ ਘਟ ਰਹੀ ਹੈ, ਜੋ ਕੁਝ ਦਿਸ ਰਿਹਾ ਉਹ ਘਟ ਰਿਹਾ ਹੈ। ਇਸ ਲਈ ਜਿਹੜਾ ਨਾਮ ਨਿਧਾਨ ਹੈ, ਨਾਮ ਧਨ ਜਿਹੜਾ ਹੈ ਇਹ ਸਦਾ ਹੀ ਨਵਾਂ ਹੈ, ਇਹ ਸਦਾ ਹੀ ਨਿਰਮਲ ਹੈ। ਅਸੀਂ ਕਹਿੰਦੇ ਇਹ ਨਾਮ ਧਨ ਖਟਿਆ ਹੈ, ਨਾਮ ਧਨ ਦੀ ਕਮਾਈ ਕੀਤੀ ਹੈ, ਨਾਮ ਧਨ ਇਕੱਠਾ ਕੀਤਾ ਹੈ। ਸਿੱਖ ਨੂੰ ਦੋਨਾਂ ਧਨਾਂ ਦੀ ਲੋੜ ਹੈ। ਸਾਨੂੰ ਸੰਸਾਰਿਕ ਧਨ ਵੀ ਚਾਹੀਦਾ, ਸਾਨੂੰ ਨਾਮ ਧਨ ਵੀ ਚਾਹੀਦਾ। ਸਿੱਖ ਨੇ ਇੱਕ ਧਨ ਕਮਾਉਣ 'ਤੇ ਨਹੀਂ ਲੱਗੇ ਰਹਿਣਾ, ਉਹਨੇ ਦੋਨੋਂ ਧਨ ਕਮਾਉਣੇ ਨੇ। ਸੰਸਾਰਿਕ ਧਨ ਹੋਵੇਗਾ ਤਾਂ ਹੀ ਸਾਰੇ ਸੁੱਖ ਸਹੂਲਤਾਂ ਹੋ ਸਕਦੀਆਂ ਨੇ। ਪੁਰਾਣੇ ਸਾਧੂਆਂ ਕੋਲੇ ਨਾਮ ਧਨ ਤੇ ਹੁੰਦਾ ਸੀ, ਪਰ ਸੰਸਾਰਿਕ ਧਨ ਨਹੀਂ ਸੀ ਹੁੰਦਾ। ਵਿਚਾਰਿਆਂ ਵੀ ਗਰੀਬਾਂ ਦੀ ਤਰ੍ਹਾਂ ਰਹਿੰਦੇ ਹੁੰਦੇ ਸਨ। ਅੱਜ ਦੇ ਸਾਧੂ ਦੇਖੋ ਕਿਆ ਟੌਰ ਨਾਲ ਰਹਿੰਦੇ ਨੇ, ਕਿੰਨੀਆਂ ਮਹਿੰਗੀਆਂ ਗੱਡੀਆਂ, ਕਿੰਨੇ ਮਹਿੰਗੇ ਕੱਪੜੇ, ਸੇਵਾਦਾਰ ਅੱਗੇ ਪਿੱਛੇ। ਕਿਉਂ? ਸੰਸਾਰਿਕ ਧਨ ਵੀ ਚਾਹੀਦਾ ਹੈ। ਇਸ ਲਈ ਗੁਰੂ ਮਹਾਰਾਜ ਕੇ ਕਿਰਤ ਕਰੋ, ਉਹਨੇ ਇਸ ਲਈ ਕਿਹਾ। ਉਹਨਾਂ ਨੂੰ ਪਤਾ ਸੀ ਕਿ ਸੰਸਾਰਿਕ ਧਨ ਤੋਂ ਬਿਨਾਂ ਪਰਿਵਾਰ ਨਹੀਂ ਚੱਲ ਸਕਦਾ। ਅਸੀਂ ਆਪਣੇ ਪਰਿਵਾਰ ਦੀ ਗੱਡੀ ਵਧੀਆ ਤਰੀਕੇ ਨਾਲ ਚਲਾਉਣੀ ਹੈ, ਇਸ ਲਈ ਸੰਸਾਰਿਕ ਧਨ ਵੀ ਚਾਹੀਦਾ। ਉਹ ਤਾਂ ਹੀ ਹੋ ਸਕਦਾ ਜੇ ਅਸੀਂ ਕੋਈ ਕੰਮ ਕਰਾਂਗੇ, ਤਾਂ ਅਸੀਂ ਕੋਈ ਕਿਰਤ ਕਰਾਂਗੇ, ਕਮਾਵਾਂਗੇ। ਫਿਰ ਘਰ ਦੇ ਵਿੱਚ ਦੇਖੋ, ਤੁਹਾਡੇ ਘਰਾਂ ਦੇ ਵਿੱਚ ਕਿੰਨੇ ਸੋਹਣੇ ਬੈੱਡ ਨੇ, ਹੋਰ ਘਰ 'ਚ ਵਰਤਣ ਵਾਲੀ ਚੀਜ਼ਾਂ ਕਿੰਨੀਆਂ ਵਧੀਆ ਨੇ, ਹਰ ਕਮਰੇ 'ਚ AC ਲੱਗੇ ਹੋਏ ਨੇ, ਆਵਾਜਾਈ ਦੇ ਤੁਹਾਡੇ ਕੋਲ ਸਾਧਨ ਨੇ, ਵਧੀਆ ਤੁਸੀਂ ਕੱਪੜੇ ਪਾਉਣੇ ਹੋ। ਕਿਉਂ ਹੈ? ਕਿਉਂਕਿ ਕੋਲ ਪੈਸਾ। ਪਰ ਜੇ ਨਿਰਾ ਪੈਸਾ ਹੋਵੇ, ਧਰਮ ਕਹਿੰਦਾ ਤੁਹਾਡਾ ਜੀਵਨ ਅਧੂਰਾ ਹੈ। ਇਹ ਪੂਰਨ ਕਰਨ ਲਈ ਤਾਂ ਜ਼ਰੂਰੀ ਹੈ ਕਿ ਸੰਸਾਰਿਕ ਧਨ ਵੀ ਚਾਹੀਦਾ, ਨਾਮ ਧਨ ਵੀ ਚਾਹੀਦਾ, ਨਾਲ ਨਾਮ ਵੀ ਜਪਣਾ। ਜਿੱਥੇ ਸੰਸਾਰਿਕ ਧਨ ਕਮਾਉਣਾ ਉੱਥੇ ਅਸੀਂ ਨਾਮ ਧਨ ਵੀ ਇਕੱਠਾ ਕਰਨਾ। ਜਿਵੇਂ ਕਹਿੰਦੇ ਨੇ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ। ਅੰਦਰੋਂ ਵੀ ਪਵਿੱਤਰ ਹੋਣਾ, ਬਾਹਰੋਂ ਵੀ ਪਵਿੱਤਰ ਹੋਣਾ। ਸੋ ਸਾਡੇ ਕੋਲ ਬਾਹਰੀ ਧਨ ਵੀ ਚਾਹੀਦਾ, ਅੰਦਰਲਾ ਧਨ ਵੀ ਚਾਹੀਦਾ, ਸੰਸਾਰਿਕ ਧਨ ਵੀ ਚਾਹੀਦਾ, ਨਾਮ ਧਨ ਵੀ ਚਾਹੀਦਾ। ਗੁਰੂ ਮਹਾਰਾਜ ਇਸ ਗੱਲ ਦਾ ਪਤਾ ਸੀ, ਇਸ ਲਈ ਉਹਨੇ ਕਿਹਾ ਵੀ ਸਿੱਖ ਕਿਰਤ ਕਰੋ ਅਤੇ ਨਾਮ ਜਪੋ। ਕਿਰਤ ਕਰੋਗੇ ਤੁਹਾਡੇ ਕੋਲ ਸੰਸਾਰਿਕ ਧਨ ਹੋਏਗਾ, ਨਾਮ ਜਪੋਗੇ ਤੁਹਾਡੇ ਕੋਲ ਨਾਮ ਧਨ ਹੋਏਗਾ। ਅਤੇ ਜਿਹਦੇ ਕੋਲ ਦੋਨੋਂ ਧਨ ਨੇ ਉਹ ਮੌਜ ਹੀ ਮੌਜ। ਉਹਨੂੰ ਧਨਵਾਨ ਨੂੰ ਤਾਂ ਵੈਸੇ ਹੀ ਮੌਜ ਹੁੰਦੀ ਹੈ। ਪੈਸਾ ਬੰਦੇ ਨੂੰ ਵੈਸੇ ਹੀ ਚੜ੍ਹਦੀ ਅਕਲਾਂ 'ਚ ਰੱਖਦਾ, ਗਰੀਬੀ ਤਾਂ ਬੰਦੇ ਨੂੰ ਹਮੇਸ਼ਾ ਡਾਊਨ ਰੱਖਦੀ ਹੈ। ਗਰੀਬ ਦਾ ਚਿਹਰਾ ਖਿੜ ਹੀ ਨਹੀਂ ਸਕਦਾ। ਮਾਇਆ ਦੀ ਕਹਿੰਦੇ ਆਪਣੀ ਗਰਮੀ ਹੁੰਦੀ, ਕਹਿੰਦੇ ਕਿ ਨਹੀਂ ਹੁੰਦੀ। ਇਸ ਲਈ ਸੰਸਾਰਿਕ ਧਨ ਵੀ ਚਾਹੀਦਾ, ਨਾਮ ਧਨ ਵੀ ਚਾਹੀਦਾ। ਉਹ ਸਿੱਖ ਸੰਪੂਰਨ ਹੈ ਜਿਹਦੇ ਕੋਲ ਦੋਨੋਂ ਧਨ ਹਨ। ਸੋ ਕਹਿੰਦੇ ਅਸੀਂ ਉਹ ਧਨ ਜੋ ਨਵ ਧਨ ਹੈ, ਜੋ ਨਿਰਮਲ ਹੈ, ਜੋ ਨਾਮ ਦਾ ਖਜ਼ਾਨਾ ਹੈ, ਅਸੀਂ ਉਹ ਧਨ ਕਹਿੰਦੇ ਖਟਿਆ। ਜਿਹਦੇ ਕੋਲ ਨਾਮ ਧਨ ਹੁੰਦਾ ਹੈ ਉਹਦੇ ਕੋਲ ਸੰਸਾਰੀ ਧਨ ਦੀ ਕੋਈ ਕਮੀ ਨਹੀਂ ਹੁੰਦੀ। ਜਿਹਦੇ ਕੋਲ ਸੰਸਾਰੀ ਧਨ ਹੁੰਦਾ ਹੈ ਉਹਦੇ ਕੋਲ ਕਈ ਵਾਰੀ ਨਾਮ ਧਨ ਨਹੀਂ ਹੁੰਦਾ। ਪਰ ਮੈਂ ਦੇਖਿਆ ਜਿਹਦੇ ਕੋਲ ਨਾਮ ਧਨ ਹੁੰਦਾ ਹੈ ਉਹਦੇ ਕੋਲ ਸੰਸਾਰੀ ਧਨ ਜ਼ਰੂਰ ਹੁੰਦਾ ਹੈ। ਉਹਦੇ ਕੋਲ ਸੰਸਾਰੀ ਧਨ ਜ਼ਰੂਰ ਹੁੰਦਾ, ਕਿਉਂਕਿ ਜਿਹਦੇ ਕੋਲ ਨਾਮ ਧਨ ਹੈ ਪਰਮਾਤਮਾ ਨੂੰ ਗਰੀਬ ਰਹਿਣ ਹੀ ਨਹੀਂ ਦਿੰਦਾ। ਵੀ ਮੇਰਾ ਨਾਮ ਜਪਦਾ, ਪਰਮਾਤਮਾ ਨਹੀਂ ਚਾਹੁੰਦਾ ਮੇਰਾ ਨਾਮ ਜਪਣ ਵਾਲਾ ਗਰੀਬ ਹੋਵੇ। ਭਗਤ ਰਵਿਦਾਸ ਜੀ ਗਰੀਬਾਂ ਦੀ ਤਰ੍ਹਾਂ ਰਹਿੰਦੇ ਹੁੰਦੇ ਸਨ। ਪਰਮਾਤਮਾ ਨੇ ਕਿਹਾ ਮੇਰਾ ਭਗਤ ਹੈ,
ये गरीबां की तरह क्यों रहे? परमात्मा ने की करना? भगत जी ने जिस बोरी ते बैठ के सवेरे सिमरन करना, जदों उन्हें बोरी झाड़ के इकट्ठी करनी, इटा 5 मोहरां सोने दी पईयां होणीआं। भगत रविदास चक के आले च रख देनी है। उदों कंधां च आले हुंदे सन, दीवे दूवे रखण लई, होर चीज़ रखण। कंधां मिट्टी दी हुंदी सन, चौड़ियां चौड़ियां दे विच आले हुंदे सन। फिर 2 दिन 4 दिन 15 दिन 20 दिन लंघ गए, भगत जी ने पैसे नहीं वरते। आकाशवाणी हुई, कहते भगत रविदास जी ये पैसे वरतो, धर्मशाला बनाओ, दोनों टाइम सत्संग करा करो, लंगर लाओ। फिर भगत रविदास जी ने धर्मशाला बनाई, लंगर शुरू हो गए, सवेरे शाम जो सत्संग शुरू हो गई, तो आर्थिक हालत जी अपनी भी सुधर गई तो पब्लिक की भी सुधर गई। सो परमात्मा नहीं चाहता कि उहदे भजन बंदगी करन वाला गरीब होवे, इसलिए भजन बंदगी करन वाला अमीर हो जाता समा पा के। वो जिस काम नूं हत्थ पाउंदा उस च बरकत हो जाती है। मेरे को आउंदे रहिंदे ने, बाबा जी साडियां फैक्ट्रियां ने, असीं ये नहीं कहते असीं गरीब हाँ ना, सानूं लखां दी आमदन है, पर जिहड़ा है बरकत नहीं है। मैं भी बरकत 2 कारण नहीं है, एक तो तुसीं भजन बंदगी नहीं करते, एक तुसीं दान पुण्य नहीं करते। सिख नूं दसवंध कड्ढण दा हुक्म है, पर चलो तुसीं दसवंध नहीं करते, 1% 2% कोई तो दान करो, कोई तो लोड़वंदां की सहायता करो, उन्होंने फिर असीस तुहानूं मिलेगी। बाकी नाम जप बाणी पढ़िया करो, नाम जपिया करो, आपे बरकत हो जाएगी। फिर जो 40 दिन लिए पाड़ देना तो कहना भाई कोई पुण्य दान करो, फिर 40 दिन हाँ जी पहले ना फर्क पै गया, मैं होर करो, होर पाठ करो, हौली हौली फिर लगे रहिंदे ने। जदों पाठ कर करके उहदा फायदा हुंदा है, फिर हर सियाणा बंदा कहंदा हाँ भी फायदा हो रहा, अपना करते रहो। साडा काम एक बारी लाना भी हुण तू लगा रहे। जिवें नशे करन वाले ने तू कदे भी देखियो, जिन्हों नशे ते लाउणा हुंदा ना, उन्हें पहला मुफ्त दिंदे ने, अपने कोलों नूं नशा दिंदे ने। वो तू खा के तो देख, देखी स्वर्ग दे झूटे आउंदे, वो कहना वो तू देख तो सही, उन्होंने लाता ना बस। जो देखिया हुण 15-20 दिन ये अमली हो गया, हुण कहंदे आपे लगा रहे, चाहे घर दे भांडे वेच लगा रहिंदा। साडा काम भी 1 च लिखा, 2 च लिखे, 3 च लिखे दिते, तो लै भी हो गया तेन फायदा, लै भी लगा रहा हूँ। तो कई फिर लगे रहिंदे ने, तो कई मैनू कहणगे बाबा जी अस तो ये पाठ सारी उम्र करांगे, फिर लाभ भी बड़ा। मैं बाणी का तो लाभ ही लाभ है भाई, ये किहड़ा अंग्रेजी दवाई कोई साइड इफैक्ट है, ये तो लाभ ही लाभ है। जो जिन्नी पढ़ लोग उन्ना ही लाभ है। ये तुहाडी हिम्मत है, किन्ना नाम जपदे हो, किन्नी बाणी पढ़दे हो, ये तुहाडे ते निर्भर है। सो इसलिए जिथे असी संसारक धन खट रहे कमा रहे हैं, उत्थे असी नाम धन भी कमाउणा है। गौड़ी महला 5वां, जोग जुगत सुन आयो गुर ते। मैं गुरु तो सुन के आया भी परमात्मा ने जुड़न का किहड़ा ढंग है। जोग हुंदा जुड़ना, जिहड़ा योग है असल हिंदी च शब्द है ये नाल, योग विद्या असी समझते हैं जी एक्सरसाइजा करने, इनू योग कहते हैं। योग का मतलब परमात्मा नाल जुड़ना। हिंदी कहते हैं योगी, जिहड़ा परमात्मा नाल जुड़िया उन्होंने कहते हैं योगी, पंजाबी च उन्होंने कहते हैं जोगी। जोग जुगत परमात्मा नाल जुड़न की जुगती सुन आयो गुर ते। मैं गुरु तो सुन के आया कि परमात्मा नाल किवें जुड़िया जा सकता है, किहड़ी जुगती है, भी किहड़ी जुगती है, किस तरीके नाल असीं परमात्मा नाल जुड़ सकते हाँ। मोको सतगुर शब्द बजायो। गुरु महाराज ने मैनू सोझी दिती कि तू नाम जप, शब्द शब्द की सोझी दिती, तू परमात्मा का नाम जप। ये परमात्मा का नाम जप जप के तू परमात्मा के नाल जुड़ जावेगा, उसदे नाल जुड़ जाएगा। जोग जुगत सुन आयो गुर ते, जोग जुगत सुन आयो गुर ते।
सुन आयो गुर ते, जोग जुगत सुन आयो गुर ते। जोग जुगत सुन आयो गुर ते, जोग जुगत सुन आयो गुर ते। जोग जुगत सुन आयो गुर ते, जोग जुगत सुन आयो गुर ते। मोको सतगुर शब्द बुझायो, मोको सतगुर शब्द बुझायो। 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 ਕਹਿੰਦੇ ਮੈਂ ਗੁਰੂ ਤੋਂ ਪਰਮਾਤਮਾ ਨਾਲ ਜੁੜਨ ਦੀ ਜੁਗਤੀ ਸਿੱਖਿਆ ਅਤੇ ਗੁਰੂ ਨੇ ਮੈਨੂੰ ਕੀ ਦੱਸਿਆ ਕਿ ਤੂੰ ਪਰਮਾਤਮਾ ਦਾ ਨਾਮ ਜਪ, ਨਾਮ ਜਪ ਜਪ ਕੇ ਤੂੰ ਉਸ ਦੇ ਨਾਲ ਜੁੜ ਜਾਵੇਂਗਾ। ਅਤੇ ਬਸ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ ਨਾ, ਉਹਦੇ ਤੋਂ ਸਾਨੂੰ ਸਭ ਕੁਝ ਪ੍ਰਾਪਤ ਹੋਣਾ ਸ਼ੁਰੂ ਹੋ ਜਾਏਗਾ। ਬਿਜਲੀ ਦੀ ਤਾਰ ਲੰਘ ਰਹੀ ਹੈ, ਅਸੀਂ ਆਪਣੀ ਤਾਰ ਉਸ ਤਾਰ ਨਾਲ ਜੋੜਤੀ, ਬਿਜਲੀ ਸਾਡੇ ਆਉਣੀ ਸ਼ੁਰੂ ਹੋ ਜਾਏਗੀ। ਜਿੰਨਾ ਚਿਰ ਅਸੀਂ ਕਨੈਕਸ਼ਨ ਨਹੀਂ ਜੋੜਦੇ, ਬਿਜਲੀ ਨਹੀਂ ਆਵੇਗੀ। ਸਾਰੀ ਫਿਟਿੰਗ ਘਰ ਦੀ ਹੋ ਗਈ ਹੈ, ਪਰ ਜਿੰਨਾ ਚਿਰ ਉਸ ਨੂੰ ਬਾਹਰਲੀ ਬਿਜਲੀ ਨਾਲ ਅਸੀਂ ਨਹੀਂ ਜੋੜਦੇ, ਸਾਡੇ ਘਰ 'ਚ ਚਾਨਣ ਨਹੀਂ ਆਵੇਗਾ, ਨਹੀਂ ਆਏਗਾ। ਜੋੜ ਨੇ ਫਿਰ ਜੋ ਬਿਜਲੀ ਹੈ ਉਹ ਸਾਡੇ ਆਪਣੇ ਆਪ ਹੀ ਆਉਣ ਲੱਗ ਜਾਏਗੀ। ਫਿਰ ਜੋ ਪਰਮਾਤਮਾ ਕੋਲੇ ਹੈ, ਜਦੋਂ ਅਸੀਂ ਉਸ ਨਾਲ ਜੁੜ ਜਾਂਗੇ ਨਾਮ ਰਾਹੀਂ, ਜੋ ਪਰਮਾਤਮਾ ਕੋਲੇ ਹੈ ਸਾਨੂੰ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ, ਸਾਨੂੰ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ। ਜਿਵੇਂ ਕਈ ਵਾਰੀ ਅਖਬਾਰ 'ਚ ਆਉਂਦਾ, ਕਿਸੇ ਦੇ ਪਹਿਲੇ ਹੀ ਕਾਫੀ ਬੱਚੇ ਸਨ, ਉਹਨਾਂ ਦੇ ਦੋ ਤਿੰਨ ਇਕੱਠੇ ਹੀ ਹੋਰ ਹੋ ਗਏ। ਉਹਨਾਂ ਦੀ ਇੱਛਾ ਹੋਈ ਕਿ ਕੋਈ ਲੈ ਲੇ ਬੱਚਾ, ਕਿਸੇ ਅਮੀਰ ਨੂੰ ਪਤਾ ਲੱਗਾ, ਕਿਉਂਕਿ ਦੇਖੋ ਧਿਆਨ ਦੇਣਾ, ਗਰੀਬਾਂ ਦੇ ਬੱਚੇ ਹਮੇਸ਼ਾ ਜ਼ਿਆਦਾ ਹੁੰਦੇ ਨੇ। ਜਿੰਨੇ ਤੁਸੀਂ ਜ਼ਿਆਦਾ ਅਮੀਰ ਹੋਗੇ, ਤੁਹਾਡੇ ਬੱਚੇ ਘੱਟ ਹੋਣਗੇ। ਜੇ ਤੁਸੀਂ ਅਰਬਾਪਤੀ ਹੋਵੋਗੇ, ਸ਼ਾਇਦ ਕੋਈ ਵੀ ਨਾ ਹੋਵੇ। ਤੁਸੀਂ ਪੁੱਛੋਗੇ ਜੀ ਹਾਂ ਕਿਉਂ ਹੈ? ਅਸੀਂ ਮਾੜੇ ਕੰਮ ਕਰਦੇ ਰਹਿੰਦੇ ਹਾਂ, ਮਾੜੇ ਕੰਮ ਕਰਕੇ ਫਿਰ ਸਾਨੂੰ ਗਰੀਬਾਂ ਦੇ ਘਰ ਜਨਮ ਲੈਣਾ ਪੈਂਦਾ ਹੈ। 100 ਦੇ ਵਿੱਚੋਂ 80% ਦੇ ਲੋਕ ਮਾੜੇ ਨੇ, ਉਹ ਫਿਰ ਗਰੀਬਾਂ, ਉਹ ਦੁੱਖ ਭੋਗਣ ਲਈ ਗਰੀਬਾਂ ਦੇ ਘਰ ਜਨਮ ਲੈ ਲੈਂਦੇ ਨੇ। ਇਸ ਲਈ ਗਰੀਬਾਂ ਦੇ ਬੱਚੇ ਜ਼ਿਆਦਾ ਹੁੰਦੇ ਨੇ। ਹੁਣ ਜਿਹੜੇ ਪੁੰਨਦਾਨ ਕਰਨ ਵਾਲੇ ਨੇ, ਉਹਨਾਂ ਅਮੀਰਾਂ ਦੇ ਘਰ ਜਨਮ ਲੈਣਾ, ਅਤੇ ਪੁੰਨਦਾਨ ਕਰਨ ਵਾਲੇ ਥੋੜ੍ਹੇ ਨੇ, ਲੁੱਟਾਂ ਖੋਹਾਂ ਕਰਨ ਵਾਲੇ ਜ਼ਿਆਦਾ ਹੁੰਦੇ ਨੇ। ਇਸ ਲਈ ਅਮੀਰਾਂ ਦੇ ਘੱਟ ਹੁੰਦੇ ਨੇ। ਹੁਣ ਦੇਖੋ, ਅਰਬਪਤੀ ਦੇ ਘਰ ਜਨਮ ਲੈਣ ਲਈ ਪਿਛਲੇ ਜਨਮ 'ਚ ਪਤਾ ਨਹੀਂ ਕਿੰਨਾ ਕੁ ਪੁੰਨਦਾਨ ਕੀਤਾ ਹੋਏਗਾ, ਤਾਂ ਇਹਨੇ ਅਮੀਰ ਦੇ ਘਰ ਜਨਮ ਲਏਗਾ। ਇੱਕ ਅਮੀਰ ਜਿਹੜਾ ਹੈ, ਗਰੀਬ ਦੇ ਬੱਚੇ ਨੂੰ ਗੋਦ ਲੈ ਲੈਂਦਾ ਹੈ, ਵੱਡੀ ਸਾਰੀ ਕਾਰ ਲੈ ਕੇ ਆਉਂਦਾ ਹੈ, ਵੱਡੀ ਸਾਰੀ। ਕਿ ਅਮੀਰ ਹੈ, 50-60 ਲੱਖ ਦੀ ਕਾਰ ਹੈ, ਵਿੱਚ ਜਿਹੜੇ ਇਹ ਖਿਡੌਣੇ ਭਾਂਤ ਭਾਂਤ ਦੇ ਰੱਖੇ ਹੋਏ ਨੇ, ਗੁਬਾਰੇ ਰੱਖੇ ਹੋਏ ਨੇ ਬੱਚੇ ਲਈ। ਹਾਂਜੀ, ਬਹੁਤ ਸੋਹਣੇ ਕੱਪੜਿਆਂ 'ਚ ਬੱਚੇ ਨੂੰ ਲਪੇਟ ਕੇ ਉਹਨੂੰ ਲੈ ਕੇ ਜਾਂਦੇ ਨੇ। ਅੱਗੇ ਬਹੁਤ ਵੱਡੀ ਕੋਠੀ ਹੈ, ਨੌਕਰ ਚਾਕਰ ਨੇ। ਹੈ ਦੇਖੋ, ਰਾਤੇ ਰਾਤ ਹੀ ਕਰੋੜਪਤੀ ਹੋ ਗਏ, ਅਮੀਰ ਦੇ ਘਰ ਚਲੇ ਗਏ। ਹੁਣ ਜੋ ਬਾਪ ਦਾ ਹੈ, ਪੁੱਤਰ ਦਾ ਆਪਣੇ ਆਪ ਹੀ ਹੈ। ਅਤੇ ਪਰਮਾਤਮਾ ਸਾਡਾ ਬਾਪੂ ਹੈ, ਅਤੇ ਅਸੀਂ ਉਹਦਾ ਪੁੱਤਰ ਬਣਨਾ। ਅਤੇ ਜੋ ਬਾਪ ਦਾ ਹੈ, ਉਹ ਪੁੱਤਰ ਦਾ ਆਪਣੇ ਆਪ ਹੀ ਹੋ ਜਾਂਦਾ। ਇਸ ਲਈ ਪਰਮਾਤਮਾ ਦੇ ਨਾਲ ਜਿਹੜਾ ਇੱਕ ਵਾਰੀ ਜੁੜ ਗਿਆ ਨਾ, ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਉਹਨੂੰ ਕਿਸੇ ਚੀਜ਼ ਦੀ ਮਾਇਆ ਤੋਂ ਉਹਦੇ ਅੱਗੇ ਪਿੱਛੇ ਫਿਰਦੀ ਹੈ। ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀ, ਮੈਂ ਕਰਨੀ ਹੈ ਨਹੀਂ, ਆਈ ਜਾਂਦੀ ਮਾਇਆ, ਮਾਇਆ ਆਈ ਜਾਂਦੀ ਹੈ। ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀ, ਮੈਂ ਕੀ ਕਰਨਾ, ਨਾ ਆਈ ਜਾਂਦੀ ਮਾਇਆ। ਕਿਉਂ? ਨਾਮ ਹੈ, ਨਾਮ ਧਨ ਨੇ ਤਾਂ ਮਾਇਆ ਨੂੰ ਖਿੱਚੀ ਹੋਣਾ ਤੁਹਾਡੇ ਵੱਲ ਨੂੰ। ਨਾਮ ਧਨ ਇਕੱਠਾ ਕਰੋ, ਇਸ ਸੰਸਾਰਕ ਮਾਇਆ ਤੇ ਤੁਹਾਡੇ ਅੱਗੇ ਪਿੱਛੇ ਫਿਰੀ ਜਾਏਗੀ। ਹੁਣ ਮੇਰੀ ਗੱਲਾਂ ਸੁਣ ਕੇ ਨਾ ਤੁਹਾਡਾ ਜੀ ਕਦੇ ਚੱਕ ਦੇਂਗੇ ਫਟੇ, ਘਰ ਜਾ ਕੇ ਜੈਸੇ ਥੇ। ਮੈਨੂੰ ਵੀ ਪਤਾ, ਹੁਣ ਬੜੀ ਚੰਗੀ ਲੱਗਦੀ ਹੈ, ਆਏ ਹਾਏ ਅਮੀਰ ਹੋ ਜਾਈਏ, ਮਾਇਆ ਅੱਗੇ ਪਿੱਛੇ ਫਿਰੀ ਜਾਵੇ। ਮੈਂ ਸੱਚ ਕਹਿਣਾ, ਜੋ ਬਾਣੀ 'ਚ ਲਿਖਿਆ ਉਹਨੂੰ ਮੈਂ ਸਧਾਰਨ ਸ਼ਬਦਾਂ 'ਚ ਤੁਹਾਨੂੰ ਦੱਸ ਰਿਹਾ ਹਾਂ।
ਨਾਮ ਜਪਣ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਅਜੇ ਅਸੀਂ ਉਸ ਜਿੰਨਾ ਸਾਡੇ ਕੋਲ ਨਾਮ ਚਾਹੀਦਾ, ਨਾਮ ਤਾਂ ਉਹਨਾਂ ਜੇ ਹੋਇਆ ਨਹੀਂ, ਉਹਨਾਂ ਹੋਇਆ ਨਹੀਂ ਹੈਗਾ। ਜਿਵੇਂ ਕਿਸੇ ਨੇ ਸੁਣ ਲਿਆ ਪੈਸਾ ਪੈਸੇ ਨੂੰ ਖਿੱਚਦਾ, ਕਹਿੰਦਾ ਮੈਂ ਦੇਖਾਂਗਾ। ਪਹਿਲਾਂ ਨਾ ਜਿਹੜੇ ਰਾਜਿਆਂ ਦੇ ਪੈਸੇ ਹੁੰਦੇ ਸਨ, ਉਦੋਂ ਖਜ਼ਾਨੇ ਨਹੀਂ ਸੀ ਹੁੰਦੇ, ਨਾ ਬੈਂਕ ਹੁੰਦੇ ਸਨ। ਉਹਨਾਂ ਦੇ ਕਮਰਾ ਹੁੰਦਾ ਸੀ ਜਿਸ 'ਚ ਪੈਸੇ ਸੁੱਟੀ ਜਾਂਦੇ ਹੁੰਦੇ ਸਨ। ਜੋ ਸੀ ਇੱਕ ਬੰਦਾ ਕਹਿੰਦਾ ਜੀ ਮੈਂ ਸੁਣਿਆ ਪੈਸਾ ਪੈਸੇ ਨੂੰ ਖਿੱਚਦਾ, ਮੈਂ ਤਜਰਬਾ ਕਰਨਾ। ਕਹਿੰਦੇ ਕਰ ਲੈ ਭਾਈ। ਉਹ ਜਦੋਂ ਢੇਰ ਲੱਗਾ ਸੀ ਪੈਸਿਆਂ ਦਾ, ਉੱਥੇ 1 ਰੁਪਈਆ ਲੈ ਕੇ ਚਲਿਆ ਗਿਆ, ਖੜ ਗਿਆ ਐਂ ਫੜ ਲਿਆ ਰੁਪਈਆ, ਵੀ ਮੇਰਾ ਰੁਪਈਆ ਹੇਠਲੇ ਰੁਪਈਆ ਨੂੰ ਖਿੱਚੇਗਾ। ਉਹ ਖੜਾ ਰਿਹਾ 2-3 ਘੰਟੇ ਖੜਾ ਰਿਹਾ, ਉਹਦਾ ਹੱਥ ਥੱਕ ਗਿਆ, ਜਦ ਤੱਕ ਹੱਥ ਢਿੱਲਾ ਹੋ ਗਿਆ ਔਰ ਉਹਨਾਂ ਰੁਪਈਆ ਜਾ ਡਿੱਗਿਆ। ਰਾਜਾ ਕਹਿੰਦਾ ਉਹ ਬਹੁਤੇ ਸਨ, ਉਹ ਬਹੁਤਿਆਂ ਨੇ ਤੇਰੇ 1 ਰੁਪਈਏ ਨੂੰ ਵੀ ਖਿੱਚ ਲਿਆ। ਇੱਕ ਵਾਰੀ ਤੁਸੀਂ ਅਮੀਰ ਹੋ ਜਾਓਗੇ, ਫਿਰ ਅਮੀਰ ਹੀ ਅਮੀਰ ਹੋਈ ਜਾਓਗੇ, ਅਮੀਰ ਹੀ ਅਮੀਰ ਹੋਈ ਜਾਓਗੇ, ਸਭ ਗਰੀਬਾਂ ਦੇ ਪੈਸੇ ਤੁਸੀਂ ਖਿੱਚ ਲਓਗੇ। ਇੱਕ ਵਾਰੀ ਅਮੀਰ ਹੋਣ ਦੀ ਲੋੜ ਹੈ। ਆ ਜਿਹੜੇ ਅਮੀਰ ਹੋ ਗਏ ਨੇ, ਅਰਬਾਂਪਤੀ ਹੋ ਗਏ ਨੇ, ਦੇਖੋ ਸਾਰੀ ਸਰਕਾਰ ਖਰੀਦ ਲਈ ਹੈ। ਆ ਸਾਰੇ ਕਿਸਾਨਾਂ ਨੂੰ ਖਰੀਦਣਾ ਚਾਹੁੰਦੇ ਨੇ, ਇਹ ਅਜੇ ਵਿਕੇ ਨਹੀਂ ਹੈਗੇ, ਨਹੀਂ ਤਾਂ ਲਿਖਣਾ ਸਾਰੇ ਕਿਸਾਨ ਹੀ ਖਰੀਦ ਲਓ। ਸਰਕਾਰ ਦੇ ਖਰੀਦ ਲਈ ਇਹ 'ਚ ਤਾਂ ਕੋਈ ਸ਼ੱਕ ਨਹੀਂ ਨਾ ਰਿਹਾ। ਸਰਕਾਰ ਮੂੰਹ ਬਣ ਕੇ ਚੁੱਪ ਕਰਕੇ ਬੈਠੀ ਅਮੀਰਾਂ ਦੇ ਅੱਗੇ। ਕਿਸਾਨ ਰੌਲਾ ਪਾ ਰਹੇ ਨੇ, ਪਰ ਉਹ ਵਿਚਾਰੇ ਕੀ ਕਰਨ, ਉਹਦੇ ਵਿਕ ਗਏ ਨੇ। ਵਿਕਿਆ ਹੋਇਆ ਗੁਲਾਮ ਕਹਿੰਦਾ ਕੀ ਕਰੇਗਾ? ਕਿਉਂ? ਉਹਨਾਂ ਕੋਲ ਪੈਸੇ, ਉਹ ਹੋਰ ਪੈਸਾ ਖਿੱਚੀ ਜਾਂਦੇ ਨੇ। ਇੱਕ ਵਾਰੀ ਜਿੱਦੇ ਤੁਹਾਡੇ ਕੋਲ ਨਾਮ ਧਨ ਇਕੱਠਾ ਹੋ ਗਿਆ ਨਾ, ਇਹ ਮਾਇਆ ਆਪੇ ਹੀ ਆਈ ਜਾਣੀ ਤੁਹਾਡੇ ਕੋਲ, ਇਹ ਆਈ ਜਾਣੀ। ਇਹਦਾ ਨਾ ਫਿਕਰ ਕਰੋ ਤੁਸੀਂ। ਅਸੀਂ ਕਿਰਤ ਕਰਨੀ, ਸਾਨੂੰ ਹੁਕਮ ਹੈ ਗੁਰੂ ਮਹਾਰਾਜ ਦਾ, ਉਹ ਤਾਂ ਅਸੀਂ ਕਰਨੀ ਹੈ। ਆਪਣਾ ਕਮਾ ਕੇ ਆਪਣੇ ਬੱਚੇ ਪਰਿਵਾਰ ਨੂੰ ਪਾਲਣਾ, ਨਾਲ ਨਾਮ ਧਨ ਇਕੱਠਾ ਕਰੋ। ਬਸ ਫਿਰ ਜਿਸ ਕੰਮ ਨੂੰ ਤੁਸੀਂ ਹੱਥ ਪਾਓਗੇ ਉਸੇ ਚੀਜ਼। ਮਿੱਟੀ ਨੂੰ ਹੱਥ ਪਾਓਗੇ ਉਹ ਸੋਨਾ ਹੋ ਜਾਏਗਾ। ਅੱਜ ਐਸੇ ਲੋਕ ਵਿਚਾਰੇ ਨੇ ਸੋਨੇ ਨੂੰ ਹੱਥ ਪਾਉਂਦੇ ਮਿੱਟੀ ਹੋ ਜਾਂਦੀ ਹੈ। ਬਥੇਰੇ ਮੇਰੇ ਕੋਲ ਆਉਂਦੇ ਨੇ। ਜਦ ਤੁਸੀਂ ਮਿੱਟੀ ਨੂੰ ਹੱਥ ਪਾਓਗੇ ਸੋਨਾ ਹੋ ਜਾਏਗਾ। ਜਿਹੜਾ ਵੀ ਕੰਮ ਕਰੋ ਉਸੇ 'ਚ ਬਰਕਤ ਹੋ ਜਾਏਗੀ। ਇਸ ਲਈ ਨਾਮ ਧਨ ਵੀ ਜ਼ਰੂਰ ਸਾਡੇ ਕੋਲ ਚਾਹੀਦਾ ਹੈ। ਕਹਿੰਦੇ ਮੈਂ ਗੁਰੂ ਤੋਂ ਮਿਲਣ ਦੀ ਜੁਗਤ ਸੁਣ ਕੇ ਆਇਆ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਪਰਮਾਤਮਾ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ। ਅਤੇ ਉਹਨਾਂ ਨੇ ਮੈਨੂੰ ਦੱਸਿਆ ਤੂੰ ਨਾਮ ਜਪ। ਮੋਕੋ ਸਤਿਗੁਰ ਸ਼ਬਦ ਬਜਾਇਆ। ਗੁਰੂ ਮਹਾਰਾਜ ਨੇ ਮੈਨੂੰ ਨਾਮ ਰਾਹੀਂ ਸੋਝੀ ਦਿੱਤੀ ਕਿ ਤੂੰ ਨਾਮ ਜਪ, ਫਿਰ ਤੂੰ ਪਰਮਾਤਮਾ ਨਾਲ ਜੁੜ ਜਾਵੇਂਗਾ। 9 ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮ ਨਮਸਕਾਰ। ਪੁਰਾਣੇ ਸਮੇਂ ਜਿਹੜੇ ਜੋਗੀ ਸਨ, ਕਦੇ ਕਿਤੇ ਜਾਂਦੇ ਸਨ, ਕਦੇ ਕਿਤੇ ਜਾਂਦੇ ਸਨ। ਉਹਨੂੰ ਕਹਿੰਦੇ ਸੀ ਰਮਤੇ ਸਾਧੂ। ਰਮਤੇ ਹੁੰਦਾ ਘੁੰਮਣ ਫਿਰਨ ਵਾਲੇ, ਰਮਤੇ ਸਾਧੂ ਹੁੰਦੇ ਸਨ। ਜਿਵੇਂ ਤੁਸੀਂ ਵੀ ਹੁਣ ਤੁਹਾਡੇ ਬੱਚੇ ਵੀ ਰਮਤੇ ਹੋ ਗਏ ਨੇ। ਕੋਈ ਕੈਨੇਡਾ ਜਾ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ, ਕੋਈ ਨਿਊਜ਼ੀਲੈਂਡ ਜਾ ਰਿਹਾ, ਕੋਈ ਇੰਗਲੈਂਡ ਜਾ ਰਿਹਾ। ਇੱਕ ਕਹਿੰਦਾ ਮੈਂ ਯੂਰਪ ਜਾਣਾ। ਮੈਂ ਯੂਰਪ ਦੇਸ਼ ਨਹੀਂ ਹੋਏ, ਯੂਰਪ ਤਾਂ 25-26 ਦੇਸ਼ਾਂ ਦਾ ਇਕੱਠ ਹੈ। ਤੂੰ ਦੱਸ ਕਿਹੜੇ ਦੇਸ਼ 'ਚ ਜਾਣਾ? ਸੁਣ ਲਿਆ ਯੂਰਪ ਜਾਣਾ। ਮੈਂ ਯੂਰਪ ਦੇਸ਼ ਨਹੀਂ ਹੈ ਕਾਕਾ। ਜਿਵੇਂ ਏਸ਼ੀਆ ਹੈ, ਏਸ਼ੀਆ ਦੇਸ਼ ਨਹੀਂ ਹੈ। ਏਸ਼ੀਆ ਦੇ ਵਿੱਚ 26 ਦੇਸ਼ ਨੇ, ਉਹਨਾਂ ਦੇ ਸਾਰੇ ਦੇਸ਼ਾਂ ਰਲਾ ਕੇ ਏਸ਼ੀਆ ਕਿਹਾ ਹੈ। ਇੱਧਰ ਯੂਰਪ ਦੇ ਵਿੱਚ ਕਈ ਦੇਸ਼ ਨੇ। ਤੂੰ ਗੱਲ ਕਰ, ਤੂੰ ਕਿਹੜੇ ਦੇਸ਼ ਜਾਣਾ? ਯੂਰਪ ਜਾਣਾ ਜੀ। ਮੈਂ ਸੁਣ ਲਿਆ ਕਿਤੋਂ। ਮੈਂ ਜੇ ਆਪਣੇ ਏਜੰਟ ਨੂੰ ਪੁੱਛ ਕੇ ਆਈ ਕਿਹੜੇ ਦੇਸ਼ ਜਾਣਾ, ਫਿਰ ਮੈਂ ਦੇਖਾਂਗਾ, ਹੁਕਮ ਨਾ ਮੈਂ ਲਾਂਗਾ ਤੁਸੀਂ ਜਾ ਸਕਦੇ ਕਿ ਨਹੀਂ ਜਾ ਸਕਦੇ। ਸੋ ਆਪਣੇ ਵਾਲੇ ਵੀ ਫਿਰ ਜਾ ਰਹੇ ਨਾ। ਹੁਣ ਮੈਂ ਨਹੀਂ ਕਹਿੰਦਾ ਨਾ ਜਾਓ, ਆਪਣਾ ਦਾਣਾ ਪਾਣੀ ਹੁੰਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਸੰਸਾਰੀ ਬੰਦੇ ਨੂੰ ਜਾ ਕੇ ਖਾਣਾ ਪੈਂਦਾ ਜਿੱਥੋਂ ਦਾਣਾ ਪਾਣੀ ਹੈ। ਧਾਰਮਿਕ ਬੰਦੇ ਕੋਲ ਦਾਣਾ ਪਾਣੀ ਚੱਲ ਕੇ ਆਉਂਦਾ ਹੈ। ਦੇਖੋ ਧਾਰਮਿਕ ਬੰਦੇ ਕੋਲ ਦਾਣਾ ਪਾਣੀ ਚੱਲ ਕੇ ਆਉਂਦਾ ਹੈ। ਸੰਸਾਰੀ ਬੰਦੇ ਨੂੰ ਜਾ ਕੇ ਖਾਣਾ ਪੈਂਦਾ। ਅਮਰੀਕਾ ਦੇ ਬਦਾਮ, ਆਸਟ੍ਰੇਲੀਆ ਦੇ ਬਦਾਮ, ਕੈਨੇਡਾ ਦੇ ਬਦਾਮ, ਅਖਰੋਟ, ਪਤਾ ਨਹੀਂ ਕਿੱਥੋਂ ਦੇ, ਬੋਡੀ ਲੋਸ਼ਨ ਜਿਹੜਾ ਸਿਰ ਧੋਣਾ, ਕੀ ਕਹਿੰਦੇ ਇਹਨੂੰ, ਸ਼ੈਂਪੂ ਆ ਰਹੇ ਨੇ, ਜੁੱਤੇ ਆ ਰਹੇ ਨੇ, ਜੁਰਾਬਾਂ ਆ ਰਹੀਆਂ ਨੇ, ਕੱਪੜੇ ਆ ਰਹੇ ਨੇ। ਤੁਸੀਂ ਅੰਮ੍ਰਿਤਸਰ ਗਏ ਹੋ, ਉੱਥੇ ਪੰਜੀਰੀ ਦਾ ਪ੍ਰਸ਼ਾਦ ਲੈ ਕੇ ਆ ਰਹੇ ਹੋ। ਕੋਈ ਪਟਨਾ ਸਾਹਿਬ ਤੋਂ ਲੈ ਕੇ ਆ ਰਿਹਾ, ਕੋਈ ਹਜ਼ੂਰ ਸਾਹਿਬ ਤੋਂ ਲੈ ਕੇ ਆ ਰਿਹਾ।
ਜਿਹੜਾ ਧਾਰਮਿਕ ਬੰਦਾ ਹੈ ਉਹਨੂੰ ਖਾਣ ਨੂੰ ਜਾਣਾ ਨਹੀਂ ਪੈਂਦਾ, ਉਹਦਾ ਅੰਨ ਉਹਦੇ ਕੋਲ ਚੱਲ ਕੇ ਆਉਂਦਾ ਹੈ। ਪਰ ਇੱਕ ਗੱਲ ਯਾਦ ਰੱਖੋ, ਮੇਰੇ ਨਾਲ ਜਿੱਥੇ ਮਰਜ਼ੀ ਜਾਓ, ਮੈਂ ਕਿਸੇ ਨੂੰ ਰੋਕਦਾ ਨਹੀਂ ਹੈਗਾ, ਠੀਕ ਹੈ। ਪਰ ਇੱਕ ਗੱਲ ਯਾਦ ਰੱਖਣੀ ਹੈ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਤੁਹਾਡੀ ਕਿਸਮਤ ਤੁਹਾਡੇ ਨਾਲ ਜਾਣੀ ਹੈ। ਜੇ ਤੁਸੀਂ ਬਦਕਿਸਮਤ ਹੋ, ਜਿੱਥੇ ਜਾਓਗੇ ਉੱਥੇ ਹੀ ਬਦਕਿਸਮਤ ਰਹੋਗੇ। ਹਾਂ, ਜੇ ਤੁਸੀਂ ਖੁਸ਼ਕਿਸਮਤ ਹੋ, ਜਿੱਥੇ ਜਾਓਗੇ ਉੱਥੇ ਖੁਸ਼ਕਿਸਮਤ ਹੋ ਜਾਓਗੇ। ਹੁਣ ਬਦਕਿਸਮਤ ਦਾ ਕੀਤਾ ਕੀ ਜਾਵੇ? ਹੱਲ ਹਰ ਇੱਕ ਚੀਜ਼ ਦਾ ਹੈ, ਇਹਦੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਬਾਣੀ ਕਹਿੰਦੇ ਤੁਸੀਂ ਬਾਣੀ ਪੜ੍ਹੋ, ਨਾਮ ਜਪੋ, ਇਸ ਤਰ੍ਹਾਂ ਤੁਹਾਡੀ ਕਿਸਮਤ ਬਦਲ ਜਾਏਗੀ। ਤੁਹਾਡੀ ਬੈਡ ਲੱਕ ਤੋਂ ਗੁੱਡ ਲੱਕ ਹੋ ਜਾਏਗੀ। ਇੱਕ ਵਾਰੀ ਗੁੱਡ ਲੱਕ ਹੋ ਗਈ, ਫਿਰ ਜਿੱਥੇ ਮਰਜ਼ੀ ਜਾਓ ਉੱਥੇ ਹੀ ਮੌਜਾਂ ਨੇ, ਉੱਥੇ ਮੌਜਾਂ ਨੇ। ਨਹੀਂ ਤਾਂ ਫਿਰ ਜਿੱਥੇ ਜਾਓਗੇ ਕਿਸਮਤ ਨਾਲ ਹੀ ਜਾਂਦੀ ਹੁੰਦੀ ਹੈ। ਇਹ ਗੱਲ ਚੰਗੀ ਤਰ੍ਹਾਂ ਯਾਦ ਰੱਖਣੀ। ਆਪਣੀ ਕਿਸਮਤ ਬਦਲਣੀ ਹੈ, ਬਾਣੀ ਪੜ੍ਹ ਪੜ੍ਹ ਕੇ, ਨਾਮ ਜਪ ਜਪ ਕੇ ਆਪਣੀ ਬੈਡ ਲੱਕ ਨੂੰ ਗੁੱਡ 'ਚ ਕਰ ਲਓ। ਜੇ ਪਹਿਲੇ ਹੀ ਗੁੱਡਿਆਂ ਨੂੰ ਬੈਟਰ ਕਰ ਲਓ, ਬੈਟਰ ਹੈ ਉਹਨੂੰ ਬੈਸਟ ਕਰ ਲਓ। ਇਹ ਕਲਾਸ ਜ਼ਿੰਦਗੀ ਬਣਾ ਲਓ ਆਪਣੀ, ਨਾਮ ਜਪ ਜਪ ਕੇ, ਬਾਣੀ ਪੜ੍ਹ ਪੜ੍ਹ ਕੇ। ਹਾਂਜੀ, ਫਿਰ ਜਿੱਥੇ ਮਰਜ਼ੀ ਜਾਓਗੇ ਉੱਥੇ ਕਰੋੜਾਪਤੀ ਹੋ ਜਾਓਗੇ। ਪਹਿਲਾਂ ਟਰੱਕ ਚਲਾਓਗੇ, ਟਰਾਲਾ ਚਲਾਓਗੇ, ਫਿਰ ਕੁਝ ਸਾਲਾਂ ਬਾਅਦ ਤੁਹਾਡੇ ਆਪਣੇ ਟਰਾਲੇ ਹੋਣਗੇ, ਫਿਰ ਅੱਗੇ ਨੌਕਰ ਚਾਕਰ ਰੱਖੇ ਹੋਣਗੇ। ਅਤੇ ਜੇ ਬਦਕਿਸਮਤ ਹੈ ਤਾਂ ਟਰਾਲਾ ਵੀ ਨਹੀਂ ਮਿਲਣਾ ਹੈਗਾ, ਛੇਤੀ ਛੇਤੀ ਕਿਸੇ ਨੌਕਰ ਹੀ ਨਹੀਂ ਰੱਖਣਾ। ਕੋਈ ਰੱਖੂਗਾ ਕੱਢ ਦਿਆ ਕਰੇਗਾ, ਨਾ ਬਈ ਤੇਰਾ ਕੰਮ ਤਾਂ ਠੀਕ ਨਹੀਂ ਹੈਗਾ। ਇਸ ਲਈ ਮਨੁੱਖ ਜਿੱਥੇ ਵੀ ਜਾਂਦਾ ਹੈ ਉਹਦੀ ਕਿਸਮਤ ਉਹਦੇ ਨਾਲ ਜਾਂਦੀ ਹੈ। ਅਤੇ ਸਿਆਣਪ ਹੈ ਆਪਣੀ ਕਿਸਮਤ ਹੀ ਬਦਲ ਲਓ। ਜਦੋਂ ਕਿਸਮਤ ਚੰਗੀ ਹੋਵੇ ਫਿਰ ਜਿੱਥੇ ਮਰਜ਼ੀ ਰਹੋ, ਫਿਰ ਜਿੱਥੇ ਮਰਜ਼ੀ ਰਹੋ ਉੱਥੇ ਚੰਗੀ ਹੈ ਭਾਈ। ਸੋ ਗੁਰੂ ਮਹਾਰਾਜ ਕਹਿੰਦੇ, 9 ਖੰਡ ਪ੍ਰਿਥਵੀ ਸ ਤਨ ਮੈਂ ਰਵਿਆ। ਰਵਿਆਂ ਦਾ ਵਸਦਾ ਹੈ ਸੰਸਾਰ ਦੇ ਸਾਰੇ ਖੰਡ, ਸਾਰੇ ਸੰਸਾਰ ਦੇ 9 ਖੰਡ ਨੇ। ਭੂਮਧ ਰੇਖਾ ਖੰਡ, ਮੌਨਸੂਨ ਪੌਣਨ ਦਾ ਖੰਡ, ਗਰਮ ਮਾਰੂਥਲ ਖੰਡ, ਇਸ ਤਰ੍ਹਾਂ 9 ਖੰਡ ਨੇ ਧਰਤੀ ਦੇ। ਭਾਵ ਸਾਰੀ ਧਰਤੀ, 9 ਖੰਡ ਪ੍ਰਿਥਵੀ, ਭਾਵ ਸਾਰੀ ਧਰਤੀ ਇਸ ਸਰੀਰ ਦੇ ਵਿੱਚ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਿਮੰਡ 'ਚ ਹੈ ਉਹ ਸਾਡੇ ਸਰੀਰ ਵਿੱਚ ਹੈ। ਜੋ ਬ੍ਰਹਿਮੰਡ 'ਚ ਹੈ ਉਹ ਸਾਡੇ ਸਰੀਰ। ਕਹਿੰਦੇ ਇਸ ਤੇਰੇ ਸਰੀਰ ਦੇ ਵਿੱਚ ਹੀ ਸਾਰੀ ਧਰਤੀ ਹੈ। ਤੂੰ ਕਿੱਥੇ ਭਟਕਦਾ ਫਿਰਦਾ, ਕਦੇ ਕਿਤੇ ਜਾਣੇ, ਕਦੇ ਕਿਤੇ ਜਾਣੇ, ਤੇਰੇ ਸਰੀਰ 'ਚ ਹੀ ਸਭ ਕੁਛ ਹੈ। ਨਿਮਖ ਨਿਮ ਨਮਸਕਾਰ, ਕਹਿੰਦੇ ਹਰ ਪਲ ਪਰਮਾਤਮਾ ਨੂੰ ਨਮਸਕਾਰ ਕਰ, ਇੱਥੇ ਹੀ 9 ਖੰਡ ਹੋ ਜਾਣਗੇ ਤੇਰੇ। ਤੈਨੂੰ ਫਿਰਨ ਦੀ ਲੋੜ ਨਹੀਂ ਹੋਏਗੀ, ਤੈਨੂੰ ਕਦੇ ਕਿਤੇ ਫਿਰਨ ਦੀ, ਕਿਤੇ ਕਿਤੇ ਜਾਣ ਦੀ ਲੋੜ ਨਹੀਂ। ਇੱਥੇ ਤੇਰਾ ਸਭ ਕੁਝ ਤੇਰੇ ਅੰਦਰ ਹੀ ਹੈ। ਸਿਰ ਤੂੰ ਪਰਮਾਤਮਾ ਦਾ ਨਾਮ ਜਪਦਾ ਰਹਿ। ਦੇਖਿਆ ਗੁਰ ਕੀ ਮੁੰਦਰਾਂ ਕਹਾਣੀ, ਦ੍ਰਿੜਿਓ ਏਕ ਨਿਰੰਕਾਰ। ਦੇਖਿਆ ਮਤਲਬ ਸਿੱਖਿਆ, ਜਿਹੜਾ ਗੁਰੂ ਮਹਾਰਾਜ ਗੁਰਮੰਤਰ ਸਾਨੂੰ ਦਿੰਦੇ ਨੇ। ਗੁਰੂ ਦਾ ਦਿੱਤਾ ਮੰਤਰ ਹੀ ਮੇਰੇ ਕੰਨਾਂ ਦੀਆਂ ਮੁੰਦਰਾਂ ਹਨ। ਕਿਸੇ ਜੋਗੀ ਨਾਲ ਗੱਲਾਂ ਕਰ ਰਹੇ ਗੁਰੂ ਮਹਾਰਾਜ, ਕਹਿੰਦੇ ਹੇ ਜੋਗੀ, ਤੂੰ ਤੇ ਕਦੇ ਕਿਤੇ ਜਾਣੇ, ਕਦੇ ਕਿਤੇ ਜਾਣੇ, ਪਰ ਨਹੀਂ, ਸਾਰੀ ਧਰਤੀ ਇਸ ਸਰੀਰ ਦੇ ਵਿੱਚ ਹੀ ਹੈ। ਤੂੰ ਪਰਮਾਤਮਾ ਜਿੱਥੇ ਬੈਠਾ ਉੱਥੇ ਤੂੰ ਪਰਮਾਤਮਾ ਦਾ ਨਾਮ ਜਪੀ ਜਾ ਬਸ। ਕਈ ਸਮਝਦੇ ਨੇ ਉੱਥੇ ਜਾਓ ਜਿੱਥੇ ਦਸਮ ਪਾਤਸ਼ਾਹ ਨੇ ਚੌਪਈ ਸਾਹਿਬ ਉਚਾਰਨ ਕੀਤੇ, ਉੱਥੇ ਪਾਠ ਕਰਕੇ ਪਤਾ ਨਹੀਂ ਦਸਮ ਪਾਤਸ਼ਾਹ ਦਰਸ਼ਨ ਹੋ ਜਾਣਗੇ। ਦਸਮ ਪਾਤਸ਼ਾਹ ਸਾਰੇ ਥਾਂ 'ਤੇ ਨੇ, ਉਹਦੇ ਤੁਹਾਡੇ ਘਰ ਵੀ ਆ ਜਾਣਗੇ। ਗੱਲ ਤਾਂ ਸ਼ਰਧਾ ਭਾਵਨਾ ਦੀ ਹੈ। ਇੱਥੇ ਪਾਠ ਛੱਡ ਕੇ ਉੱਥੇ ਕਰਨ ਗਏ ਨੇ। ਦਸਮ ਪਾਤਸ਼ਾਹ ਨਾਰਾਜ਼ ਹੋ ਗਏ ਜਦੋਂ ਇੱਥੇ ਤੁਰੇ ਇਹ। ਜਦੋਂ ਇੱਥੋਂ ਤੁਰੇ ਨਾ, ਇੱਥੇ ਇਹਨਾਂ ਦੀ ਰੌਲਾ ਲੱਗੀਆਂ, ਆਪਣੀਆਂ ਰੌਲਾਂ ਛੱਡ ਕੇ ਉੱਥੇ ਚਲੇ ਗਏ। ਦਸਮ ਪਾਤਸ਼ਾਹ ਨਾਰਾਜ਼ ਹੋ ਗਏ ਵੀ ਇੱਥੇ ਪਾਠ ਨਹੀਂ ਸੀ ਹੋ ਰਿਹਾ, ਕਿ ਇੱਥੇ ਤੁਹਾਡੇ ਰੌਲਾ ਨਹੀਂ ਲੱਗੀਆਂ। ਉਹ ਕੌਣ ਲਾਏਗਾ ਜੀ? ਉਹ ਜਿਹੜਾ ਦੂਜਾ ਲਾਏਗਾ ਸਾਰਾ ਫਲ ਉਹ ਲੈ ਜਾਓ। ਤੁਸੀਂ ਫਿਰੀ ਜਾਓ, ਆਈ ਜਾਓ, ਜਾਈ ਜਾਓ। ਨਾਲੇ ਪਹਿਲਾਂ ਸਿੱਖਿਆ ਨਹੀਂ ਮਿਲੀ ਹੈ। ਲੱਤਾਂ ਬਾਹਾਂ ਤੁੜਾ ਲਈ, 2 ਬੰਦੇ ਤਾਂ ਮਰ ਗਏ ਸਾਡੇ ਉੱਥੇ ਜਾ ਕੇ। 2 ਬੰਦੇ ਮਰ ਗਏ, ਤੀਜਾ ਵਿਚਾਰਾ ਉਂਝ ਕੰਡਮ ਹੋ ਗਿਆ ਹੈ। ਅਤੇ ਤੁਸੀਂ ਫਿਰੀ ਜਾਂਦੇ। ਗੁਰੂ ਮਹਾਰਾਜ ਸਭ ਥਾਂ 'ਤੇ ਨੇ, ਜਿੱਥੇ ਬੈਠੋ ਉੱਥੇ ਹੀ ਆ ਜਾਣਗੇ। ਸਿਰਫ ਅੰਦਰ ਦਮ ਹੋਣਾ ਚਾਹੀਦਾ, ਸਾਡੇ ਅੰਦਰ ਸ਼ਰਧਾ ਭਾਵਨਾ ਹੋਣੀ ਚਾਹੀਦੀ, ਸਾਡੇ ਅੰਦਰ ਭਗਤੀ ਹੋਣੀ ਚਾਹੀਦੀ ਹੈ। ਇੱਥੇ ਹੀ ਪ੍ਰਗਟ ਹੋ ਜਾਣਗੇ। ਇਹ ਕਿਹੜੀ ਗੱਲ ਨਹੀਂ ਹੋਣੀ। ਅਤੇ ਜੇ ਨਹੀਂ ਦਰਸ਼ਨ ਹੋਣੇ ਤਾਂ ਹੇਮਕੁੰਟ ਸਾਹਿਬ ਜਾ ਕੇ ਵੀ ਨਹੀਂ ਹੋਣੇ। ਕਈ ਸੋਚਦੇ ਪਏ ਦਸਮ ਪਾਤਸ਼ਾਹ ਹੇਮਕੁੰਟ ਸਾਹਿਬ ਰਹਿੰਦੇ, ਉਹ ਤਾਂ ਸਭ ਥਾਵਾਂ 'ਤੇ ਰਹਿੰਦੇ ਨੇ। ਮੈਂ ਨਹੀਂ ਕਹਿੰਦਾ ਹੇਮਕੁੰਟ ਸਾਹਿਬ ਨਹੀਂ ਰਹਿੰਦੇ ਉਹ,
ਹੇਮਕੁੰਟ ਸਾਹਿਬ ਵੀ ਰਹਿੰਦੇ ਨੇ, ਉਹ ਪਟਨਾ ਸਾਹਿਬ ਵੀ ਰਹਿੰਦੇ ਨੇ, ਹਜ਼ੂਰ ਸਾਹਿਬ ਵੀ ਰਹਿੰਦੇ, ਅਨੰਦਪੁਰ ਸਾਹਿਬ ਵੀ ਰਹਿੰਦੇ ਨੇ। ਜਿਹਨੂੰ ਮਿਲਿਆ ਅਨੰਦਪੁਰ ਸਾਹਿਬ ਵੀ ਜਾ ਕੇ ਮਿਲ ਲਓ। ਅਤੇ ਜਦੋਂ ਭਜਨਬੰਦੀ ਉੱਚੀ ਹੋ ਜਾਏਗੀ, ਜਦੋਂ ਤੁਸੀਂ ਉਹਨਾਂ ਦੀ ਬਾਣੀ ਪੜ੍ਹੋਗੇ, ਇੱਥੇ ਤੁਹਾਡੇ ਕੋਲ ਹੀ ਹਾਜ਼ਰ ਹੋ ਜਾਣਗੇ। ਗੱਲ ਤਾਂ ਭਜਨਬੰਦਗੀ ਦੀ ਹੈ। ਡਿਊਟੀਆਂ ਛੱਡ ਕੇ ਨਹੀਂ ਕਿਤੇ ਜਾਈਦਾ, ਜਾਓ ਬੜੀ ਖੁਸ਼ੀ ਨਾਲ, ਪਰ ਤੁਹਾਡੇ 'ਤੇ ਡਿਊਟੀ ਲੱਗੀ ਹੋਈ ਸੀ, ਤੁਸੀਂ ਆਪਣੀ ਡਿਊਟੀਆਂ ਛੱਡ ਕੇ ਕਿਸੇ ਹੋਰ ਨੂੰ ਦੇ ਕੇ ਤੁਸੀਂ ਉੱਥੇ ਗਏ ਹੋ। ਇਸ ਤਰ੍ਹਾਂ ਨਹੀਂ ਖੁਸ਼ੀ ਮਿਲਿਆ ਕਰਦੀ। ਊਹਾਂ ਤਾਂ ਜਾਈਏ ਜੋ ਈਹਾਂ ਨਾ ਹੋਏ, ਉੱਥੇ ਤਾਂ ਜਾਓ ਜੇ ਇੱਥੇ ਨਹੀਂ ਹੈ। ਜਿਹਨੂੰ ਤੁਸੀਂ ਮਿਲਣ ਚੱਲੇ ਹੋ ਉਹ ਤਾਂ ਇੱਥੇ ਵੀ ਹੈ। ਅਸੀਂ ਨਹੀਂ ਗੱਲ ਹੈ ਵੀ ਉੱਥੇ ਹੀ ਮਿਲੇਗਾ, ਹਾਂਜੀ ਇੱਥੇ ਨਹੀਂ ਮਿਲੇਗਾ। ਇੱਥੇ ਪਿਆਰ ਨਾਲ ਚੌਪਈ ਸਾਹਿਬ ਪੜ੍ਹ ਲਓ, ਇੱਥੇ ਹੀ ਆ ਜਾਣਗੇ। ਗੱਲ ਹੈ ਕੋਈ। ਗੁਰੂ ਆਪਣੀ ਬਾਣੀ ਦੇ ਵਿੱਚ ਬੈਠਾ, ਗੁਰੂ ਨੇ ਕਿਹੜਾ ਕਿਤੋਂ ਆਉਣਾ? ਉਹ ਰੂਹਾਂ ਨੇ, ਉਹਨਾਂ ਕਿਤੋਂ ਨਹੀਂ ਆਉਣਾ, ਉਹ ਕਿਤੋਂ ਵੀ ਪ੍ਰਗਟ ਹੋ ਸਕਦੇ ਨੇ। ਤਾਂ ਰੂਹਾਂ ਨੇ, ਉਹ ਕਿਹੜਾ ਕੋਈ ਸਰੀਰ ਹੈ ਜਿਹੜੇ ਕਿਤੋਂ ਚੱਲ ਕੇ ਆਉਣੇ? ਉਹ ਤਾਂ ਜਿੱਥੇ ਮਰਜ਼ੀ ਹੈ, ਸਾਡੇ ਦਮ ਹੋਣਾ ਚਾਹੀਦਾ, ਉੱਥੇ ਪ੍ਰਗਟ ਹੋ ਜਾਏ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜੋ ਏਕ ਨਿਰੰਕਾਰ। ਸਾਡੇ ਗੁਰੂ ਦੀ ਸਿੱਖਿਆ ਜਿਹੜੀ ਹੈ, ਇਹੀ ਸਾਡੇ ਕੰਨਾਂ ਦੀਆਂ ਮੁੰਦਰਾਂ ਹਨ। ਦ੍ਰਿੜੋ ਏਕ ਨਿਰੰਕਾਰ, ਅਸੀਂ ਤਾਂ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕੀਤਾ ਹੋਇਆ ਹੈ। ਪੰਜ ਚੇਲੇ ਮਿਲ ਭਏ ਇਕੱਤਰਾ, ਏਕਸ ਕੈ ਵਸ ਕੀਏ। ਪੰਜ ਚੇਲੇ ਪਾ ਸਾਡੀ ਪੰਜ ਇੰਦਰੀਆਂ ਨੇ, ਉਹ ਪਹਿਲਾਂ ਭਟਕਦੇ ਰਹੀਆਂ ਸਨ। ਅੱਖਾਂ ਕਿਸੇ ਹੋਰ ਪਾਸੇ ਨੂੰ ਖਿੱਚਦੀਆਂ ਨੇ, ਕੰਨ ਸਾਨੂੰ ਕਿਸੇ ਹੋਰ ਪਾਸੇ ਨੂੰ ਖਿੱਚਦੇ ਨੇ, ਮੂੰਹ ਕਿਸੇ ਹੋਰ ਪਾਸੇ ਨੂੰ ਖਿੱਚਦਾ, ਹੱਥ ਕਿਸੇ ਹੋਰ ਪਾਸੇ ਨੂੰ ਖਿੱਚਦੇ ਨੇ। ਪਹਿਲਾਂ ਇਹ ਪੰਜੇ ਚੇਲੇ, ਪੰਜੇ ਇੰਦਰੀਆਂ ਅੱਡ ਅੱਡ ਭਟਕ ਰਹੀਆਂ ਸਨ, ਹੁਣ ਇੱਕ ਥਾਂ 'ਤੇ ਇਕੱਠੀਆਂ ਹੋ ਗਈਆਂ ਨੇ। ਏਕਸ ਕੈ ਵਸ ਕੀਏ, ਏਕਸ ਭਾਵ ਸਾਡੀ ਸੁਰਤ। ਇਹ ਪੰਜੇ ਇੰਦਰੀਆਂ ਹੁਣ ਸਾਡੀ ਸੁਰਤ ਦੇ ਅਧੀਨ ਹੋ ਗਈਆਂ ਹਨ, ਹੁਣ ਇਹ ਸਾਡੇ ਅਧੀਨ ਹੋ ਗਈਆਂ ਨੇ। 10 ਬੈਰਾਗਨ, 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ। ਜਿਵੇਂ ਹੱਥਾਂ ਨਾਲ ਅਸੀਂ ਕੰਮ ਕਰਦੇ ਹਾਂ, ਪੈਰਾਂ ਨਾਲ ਵੀ ਕਰਮ ਕਰਦੇ ਹਾਂ, ਮੂੰਹ ਨਾਲ ਵੀ ਕਰਮ ਕਰਦੇ, ਖਾਂਦੇ ਪੀਂਦੇ ਹਾਂ, ਕਰਮ ਕਰਦੇ ਹਾਂ। ਇਸ ਤਰ੍ਹਾਂ 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ। ਇਹਨਾਂ 10 ਨੂੰ ਕਹਿੰਦੇ 10 ਬੈਰਾਗਨ। 10 ਬੈਰਾਗਨ ਆਗਿਆਕਾਰੀ। ਹੁਣ ਇਹ ਦਸੇ ਇੰਦਰੀਆਂ ਮੇਰੀ ਆਗਿਆ 'ਚ ਹੋ ਗਈਆਂ ਹਨ। ਤਬ ਨਿਰਮਲ ਜੋਗੀ ਥੀਏ। ਫਿਰ ਇਸ ਜਿਹੜਾ ਹੈ ਇਹ ਜੋਗੀ, ਜਦੋਂ ਇਹ ਦਸੇ ਦੀ ਦਸੇ ਵਸ 'ਚ ਹੋ ਜਾਣਗੀਆਂ ਨਾ, ਫਿਰ ਇਹ ਮਨ ਨਿਰਮਲ ਹੋ ਜਾਏਗਾ। ਪਰਮ ਜਰਾਏ ਚਰਾਈ ਵਿਭੂਤਾ, ਪੰਥ ਏ ਕਰ ਪੇਖਿਆ। ਤੂੰ ਤਾਂ ਕਹਿੰਦਾ ਸੁਆਹ ਮਲਦਾ ਸਰੀਰ 'ਤੇ ਹੈ ਜੋਗੀ, ਤੂੰ ਤਾਂ ਸੁਆਹ ਮਲਦਾ ਸਰੀਰ 'ਤੇ ਨਹੀਂ। ਅਸੀਂ ਭਰਮ ਨੂੰ ਸਾੜ ਕੇ, ਆਪਣੇ 'ਤੇ ਭਰਮ ਖਤਮ ਕਰਕੇ, ਉਹਦੀ ਵਿਭੂਤ, ਉਹਦੀ ਸੁਆਹ ਸਰੀਰ 'ਤੇ ਮਲਦੇ ਹੈ। ਤੂੰ ਸਰੀਰ 'ਤੇ ਸੁਆਹ ਮਲੀ ਹੋਈ ਹੈ, ਪਰ ਤੇਰੇ ਅੰਦਰ ਭਰਮ ਉਸੇ ਤਰ੍ਹਾਂ ਹੈ। ਅਸੀਂ ਭਰਮ ਹੀ ਸਾੜਤਾ ਹੈ। ਭਰਮ ਨੂੰ ਸਾੜ ਦੇਣਾ ਹੀ ਸਰੀਰ 'ਤੇ ਸੁਆਹ ਮਲਣਾ ਹੈ। ਪੰਥ ਏਕ ਕਰ ਪੇਖਿਆ। ਫਿਰ ਅਸੀਂ ਜੇ ਉਸ ਪਰਮਾਤਮਾ ਨੂੰ ਹੀ ਇੱਕ ਪੰਥ ਸਮਝਿਆ ਹੋਇਆ ਹੈ। ਇਹਨਾਂ ਦੇ 12 ਪੰਥ ਨੇ ਜੋਗੀਆਂ ਦੇ, ਜੋਗੀਆਂ ਦੇ 12 ਫਿਰਕੇ ਨੇ, ਉਹਨੂੰ ਪੰਥ ਕਹਿੰਦੇ ਨੇ। ਅਸੀਂ ਤਾਂ ਸਾਰਿਆਂ ਦੇ 'ਚ ਪਰਮਾਤਮਾ ਨੂੰ ਹੀ ਵੇਖਦੇ ਹਾਂ। ਅਸੀਂ ਆਪਣਾ ਭਰਮ ਹੀ ਖਤਮ ਕਰ ਦਿੱਤਾ ਹੈ। ਅਸੀਂ ਵਿਖਾਵੇ ਦੀ ਸੁਆਹ ਨਹੀਂ ਸਰੀਰ 'ਤੇ ਮਲਦੇ। ਸਹਿਜ ਸੂਖ ਸੋ ਕੀਨੀ ਭੁਗਤਾ, ਜੋ ਠਾਕੁਰ ਮਸਤਕ ਲਿਖਿਆ। ਸਹਿਜ ਅਤੇ ਸੁਖ ਨੂੰ ਅਸੀਂ ਆਪਣਾ ਭੋਜਨ ਬਣਾਇਆ ਹੈ। ਭੁਗਤਾ ਮੈਨੇ ਭੋਜਨ। ਅਸੀਂ ਸਹਿਜ ਨੂੰ ਅਤੇ ਸੁਖ ਨੂੰ ਆਪਣਾ ਭੋਜਨ ਬਣਾਇਆ ਹੋਇਆ। ਠਾਕੁਰ ਮਸਤਕ ਲਿਖਿਆ, ਪਰਮਾਤਮਾ ਨੇ ਸਾਡੇ ਮੱਥੇ 'ਤੇ ਇਹੋ ਜਿਹੇ ਲੇਖ ਲਿਖਿਆ ਹੋਇਆ ਹੈ। ਜੈ ਪਉ ਨਾਹੀ ਤਹਾਂ ਆਸਨ ਬਾਂਧਿਓ, ਸਿੰਘੀ ਅਨਹਤ ਬਾਣੀ। ਜਿੱਥੇ ਕੋਈ ਡਰ ਨਹੀਂ, ਭਉ ਮੈਨੇ ਡਰ, ਜਹ ਮੈਨੇ ਜਿੱਥੇ, ਜਹ ਪਉ ਨਾਹੀ ਤਹਾਂ ਆਸਨ ਬਾਂਧਿਓ। ਜਿੱਥੇ ਕੋਈ ਡਰ ਹੀ ਨਹੀਂ ਹੈ, ਸਾਡਾ ਜਿਹੜੀ ਆਤਮਿਕ ਅਵਸਥਾ ਹੈ ਉੱਥੇ ਹੈ। ਅਸੀਂ ਉੱਥੇ ਆਸਣ ਲਾਇਆ ਹੋਇਆ ਹੈ। ਤੂੰ ਤੇ ਕਹਿੰਦੇ ਕਿਸੇ ਨੇ ਸ਼ੇਰ ਦੀ ਖੱਲ 'ਤੇ ਆਸਣ ਲਾ ਲਿਆ, ਕਿਸੇ ਨੇ ਹਿਰਨ ਦੀ ਖੱਲ 'ਤੇ ਆਸਣ ਲਾ ਲਿਆ। ਸਾਡਾ ਉੱਥੇ ਆਸਣ ਲੱਗਾ ਜਿੱਥੇ ਕਿਸੇ ਪ੍ਰਕਾਰ ਦਾ ਡਰ ਹੀ ਨਹੀਂ ਹੈ। ਅਸੀਂ ਡਰ ਰਹਿਤ ਹੋ ਗਏ ਹਾਂ। ਇਹੀ ਸਾਡਾ ਆਸਣ ਹੈ। ਸਿੰਘੀ ਅਨਹਤ ਬਾਣੀ। ਅਨਹਤ ਬਾਣੀ ਦੇ ਰੱਬੀ ਬਾਣੀ,
ਰੱਬੀ ਬਾਣੀ ਸਾਡੀ ਸਿੰਗੀ ਹੈ। ਜੋਗੀਆਂ ਕੋਲ ਸਿੰਗੀ ਹੁੰਦੀ ਹੈ, ਵਜਾਉਂਦੇ ਹੁੰਦੇ ਨੇ। ਆਮ ਲੋਕਾਂ ਨੂੰ ਪਤਾ ਲੱਗਾ ਵੀ ਜੋਗੀ ਆਏ ਨੇ। ਹਾਂਜੀ, ਸਾਡੀ ਸਿੰਗੀ ਕੀ ਹੈ? ਇਹ ਰੱਬੀ ਬਾਣੀ ਸਾਡੀ ਸਿੰਗੀ ਹੈ। ਤੂੰ ਤਾਂ ਸਿੰਗੀ ਵਜਾਉਣਾ, ਕਹਿੰਦੇ ਅਸੀਂ ਬਾਣੀ ਪੜ੍ਹਦੇ ਹਾਂ। ਤਤ ਵਿਚਾਰ ਡੰਡਾ ਕਾ ਰਾਖਿਓ, ਜੁਗਤ ਨਾਮ ਮਨ ਭਾਣੀ। ਜੋਗੀਆਂ ਕੋਲ ਇੱਕ ਡੰਡਾ ਵੀ ਹੁੰਦਾ ਰੱਖਿਆ ਹੋਇਆ ਹੈ। ਕਿ ਸਾਡਾ ਡੰਡਾ ਕੀ ਹੈ? ਤਤ ਵਿਚਾਰ, ਪਰਮਾਤਮਾ ਦੀ ਵਿਚਾਰ, ਪਰਮਾਤਮਾ ਦੀ ਸਿਫਤ ਸਲਾਹ ਸਾਡਾ ਡੰਡਾ ਹੈ। ਜੁਗਤ ਨਾਮ ਮਨ ਭਾਣੀ, ਮਨ ਨੂੰ ਨਾਮ ਚੰਗਾ ਲੱਗੇ, ਇਹੀ ਜੁਗਤੀ ਹੈ ਸਾਡੀ। ਇਹੀ ਜੁਗਤੀ ਹੈ ਕਿ ਸਾਡੇ ਮਨ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗੇ। ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕੱਟ। ਇਹੋ ਜਿਹਾ ਜੋਗੀ ਜਿਹੜੇ ਉੱਪਰ ਆ ਗੁਣ ਦੱਸੇ ਹੋਏ ਨੇ, ਵੱਡੇ ਭਾਗਾਂ ਨਾਲ ਮਿਲਦਾ ਹੈ। ਵੱਡੇ ਭਾਗਾਂ ਨਾਲ ਇਹੋ ਜਿਹਾ ਜੋਗੀ ਮਿਲਦਾ ਹੈ। ਮਾਇਆ ਕੇ ਬੰਧਨ ਕੱਟ, ਜਿਹੜਾ ਮਾਇਆ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ। ਅਸੀਂ ਮੋਹ ਮਾਇਆ 'ਚ ਫਸੇ ਹੋਏ ਹਾਂ, ਕਹਿੰਦਾ ਇਹੋ ਜਿਹਾ ਪਹੁੰਚਿਆ ਹੋਇਆ ਜੋਗੀ ਸਾਡੇ ਮਾਇਆ ਦੇ ਬੰਧਨ ਹੀ ਕੱਟ ਦਿੰਦਾ ਹੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਝਟ। ਗੁਰੂ ਮਹਾਰਾਜ ਕਹਿੰਦੇ ਅਸੀਂ ਇਹੋ ਜਿਹੇ ਵਿਅਕਤੀ ਦੇ ਕਹਿੰਦਾ ਪੂਜਾ ਕਰਦੇ ਹਾਂ, ਸੇਵਾ ਕਰਦੇ ਹਾਂ, ਉਹਦੇ ਚਰਨਾਂ ਨੂੰ ਚੱਟਦੇ ਹਾਂ, ਭਾਵ ਚੁੰਮਦੇ ਹਾਂ। ਅਸੀਂ ਉਸ ਇਹੋ ਜਿਹੇ ਜੋਗੀ ਦੇ ਚਰਨਾਂ ਨੂੰ ਚੁੰਮਣ ਨੂੰ ਤਿਆਰ ਹਾਂ। ਅਸੀਂ ਇਹੋ ਜਿਹੇ ਜੋਗੀ ਦੇ ਦਰਸ਼ਨ ਕਰਦੇ ਹਾਂ, ਇਹੋ ਜਿਹੇ ਜੋਗੀ ਦੀ ਪੂਜਾ ਕਰਦੇ ਹਾਂ, ਜਿਹੜਾ ਸਾਡੇ ਮਾਇਆ ਦੇ ਬੰਧਨਾਂ ਨੂੰ ਕੱਢ ਦੇਵੇ, ਸਾਨੂੰ ਨਾਮ ਦੀ ਦਾਤ ਦੇਵੇ, ਸਾਨੂੰ ਪਰਮਾਤਮਾ ਨਾਲ ਜੋੜੇ, ਪਰਮਾਤਮਾ ਦੀ ਸਿਫਤ ਸਲਾਹ ਕਰਨ ਸਾਨੂੰ ਲਾਵੇ। ਇਹੋ ਜਿਹੇ ਯੋਗੀ ਦੀ ਕਦੇ ਅਸੀਂ ਪੂਜਾ ਕਰਦੇ ਹਾਂ, ਸੇਵਾ ਕਰਦੇ। ਸਤਿਕਾਰਯੋਗ ਸਾਸੇ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ